ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ। ਔਰ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਵੀ। ਠੀਕ ਹੈ ਜੀ। ਸੋ ਜਿਹੜੀ ਆਪਣੀ ਦੇਖੋ ਕਰੰਟ ਅਫੇਅਰ ਦੀ ਕਲਾਸ ਤੁਸੀਂ ਕਹਿ ਰਹੇ ਸੀ ਵੀ ਕਰੰਟ ਅਫੇਅਰ ਦੀ ਕਲਾਸ ਕਿਉਂ ਨਹੀਂ ਆ ਰਹੀ ਸੀਗੀ। ਸੋ ਥੋੜ੍ਹਾ ਜਿਹਾ ਮੈਨੂੰ ਕੰਮ ਸੀਗਾ, ਠੀਕ ਹੈ, ਤਾਂ ਕਰਕੇ ਆਪਣੇ ਥੋੜ੍ਹੇ 3-4 ਦਿਨਾਂ ਦੀ ਕਲਾਸ ਜਿਹੜੀ ਮਿਸ ਹੋ ਗਈ। ਸੋ ਉਹ ਸਾਰੇ ਘੱਟਾ ਵੱਧ ਅੱਜ ਆਪਾਂ ਪੂਰੀਆਂ ਕਰ ਦੇਣੀਆਂ ਨੇਗੀਆਂ। ਜਿੰਨੀਆਂ ਆਪਣੀਆਂ ਸਾਰੀਆਂ ਕਰੰਟ ਅਫੇਅਰ ਦੀਆਂ ਨਿਊਜ਼ ਆਪਣੀਆਂ ਰਹਿੰਦੀਆਂ ਸੀ ਪਹਿਲਾਂ ਵਾਲੀਆਂ, ਜਾਣੀ ਕਿ ਥੋੜ੍ਹੇ ਦਿਨਾਂ ਦੀਆਂ, ਉਹ ਸਾਰੀਆਂ ਆਪਾਂ ਅੱਜ ਦੀ ਕਲਾਸ ਵਿੱਚ ਕਵਰ ਕਰਾਂਗੇ। ਠੀਕ ਹੈ ਨਾ। ਸੋ ਇੱਕ ਨਵੇਂ ਸਾਲ ਦੀ ਨਾਲ ਸ਼ੁਰੂਆਤ ਕਰਾਂਗੇ ਔਰ ਇੱਕ ਉਮੀਦ ਲੈ ਕੇ ਚੱਲਾਂਗੇ ਵੀ 2021 ਤੁਹਾਡੇ ਲਈ ਅਜਿਹਾ ਸਾਲ ਆਵੇ ਜਿਹਦੇ ਕਿ ਤੁਹਾਨੂੰ ਹਰ ਇੱਕ ਨੂੰ ਇੱਕ ਸਰਕਾਰੀ ਨੌਕਰੀ ਜ਼ਰੂਰ ਮਿਲੇ ਔਰ ਆਪਣੀ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੋ। ਸੋ ਜਾਣੀ ਕਿ ਹੁਣ ਕਹਿਣ ਦਾ ਭਾਵ ਇੱਕ ਨਵੀਂ ਸ਼ੁਰੂਆਤ ਦੇ ਨਾਲ ਸਾਲ 2021 ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕਿ ਅੱਜ 4 ਜਨਵਰੀ ਦੇ ਬਾਰੇ। 4 ਜਨਵਰੀ ਤੋਂ ਪਹਿਲਾਂ ਵੀ ਜਿੰਨੀਆਂ ਕਰੰਟ ਅਫੇਅਰ ਨਿਊਜ਼ ਆਪਣੀਆਂ ਮਿਸ ਹੋ ਗਈਆਂ ਉਹ ਸਾਰੀਆਂ ਆਪਾਂ ਅੱਜ ਦੀ ਕਲਾਸ ਵਿੱਚ ਕਵਰ ਕਰਾਂਗੇ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਆਪਣੀ ਕੰਟੀਨਿਊ ਕਲਾਸ ਆਏਗੀ ਜੀ ਕਰੰਟ ਅਫੇਅਰ ਦੀ ਪਹਿਲਾਂ ਵਾਂਗੂ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਗਾ। ਔਰ ਇਸ ਤੋਂ ਇਲਾਵਾ ਅਗਰ ਇੱਕ ਤੁਹਾਨੂੰ ਮੈਂ ਇਨਫੋਰਮੇਸ਼ਨ ਹੋਰ ਦੇ ਦਾਂ ਕਲਾਸ ਸ਼ੁਰੂ ਤੋਂ ਪਹਿਲਾਂ, ਦੇਖੋ ਆਪਣੀ ਪਹਿਲਾਂ ਕਲਾਸ ਲੱਗਦੀ ਸੀ ਡੇਲੀ, ਥੋੜ੍ਹਾ ਜਿਹਾ ਹੁਣ ਇਹਦੇ ਵਿੱਚ ਚੇਂਜ ਆਏਗਾ ਸਮੇਂ ਦੇ ਉਹਦੇ ਕਾਰਨ। ਹੁਣ ਆਪਣੀ ਕਲਾਸ ਜਿਹੜੀ ਡੇਲੀ ਥੋੜ੍ਹੇ ਧਿਆਨ ਵਿੱਚ ਰੱਖਣਾ ਜੀ, ਹਰ ਸੋਮਵਾਰ ਨੂੰ ਲੱਗਿਆ ਕਰੇਗੀ ਔਰ ਮੰਗਲਵਾਰ ਨੂੰ ਨਹੀਂ ਹੋਏਗੀ, ਬੁੱਧਵਾਰ ਨੂੰ ਹੋਏਗੀ, ਵੀਰਵਾਰ ਨੂੰ ਨਹੀਂ ਹੋਏਗੀ, ਸ਼ੁੱਕਰਵਾਰ ਨੂੰ ਹੋਏਗੀ। ਜਾਣੀ ਕਿ ਹਫ਼ਤੇ ਵਿੱਚ 3 ਦਿਨ ਕਲਾਸ ਹੋਏਗੀ ਅਲਟਰਨੇਟਿਵ ਰੂਪ ਦੇ ਵਿੱਚ। ਕਿਹੜੇ ਕਿਹੜੇ ਦਿਨ ਹੋਏਗੀ? ਸੋਮਵਾਰ ਨੂੰ ਹੋਏਗੀ, ਬੁੱਧਵਾਰ ਨੂੰ ਹੋਏਗੀ ਔਰ ਸ਼ੁੱਕਰਵਾਰ ਨੂੰ ਹੋਏਗੀ, ਡੇਲੀ ਸੁਬਾਹ 7 ਵਜੇ। ਠੀਕ ਹੈ ਨਾ। ਸੋ ਇਹਨਾਂ ਦੇ ਵਿੱਚ ਵੀ ਆਪਾਂ ਜਿਹੜੀਆਂ 3 ਦਿਨ ਕਲਾਸ ਕਰਾਂਗੇ ਔਰ ਇਹਨਾਂ ਦੇ ਵਿੱਚ ਆਪਣੀਆਂ ਜਿਹੜੀਆਂ 2 ਦਿਨ ਦੀਆਂ ਹੋਈਆਂ ਕਰਨਗੀਆਂ, ਲਗਭਗ ਤੁਸੀਂ ਕਹਿ ਦਿਓ ਵੀ 2 ਦਿਨ ਦੀ ਆਪਾਂ ਇਕੱਠੀਆਂ ਕਰੰਟ ਅਫੇਅਰ ਕਰ ਲਿਆ ਕਰਾਂਗੇ। ਬਸ ਥੋੜ੍ਹੇ ਟਾਈਮ ਦੀ ਦਿੱਕਤ ਦਾ, ਹੋਰ ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਆਪਾਂ ਅਲਟਰਨੇਟਿਵ ਰੂਪ ਦੇ ਵਿੱਚ ਸਾਰੀਆਂ ਕਰੰਟ ਅਫੇਅਰ ਕਵਰ ਕਰਿਆ ਕਰਾਂਗੇ। ਠੀਕ ਹੈ। ਜਾਣੀ ਕਿ ਇੱਕ ਦਿਨ ਦੇ ਵਿੱਚ ਆਪਾਂ 2 ਡੇਜ਼ ਦੀਆਂ ਜਿਹੜੀਆਂ ਕਰੰਟ ਅਫੇਅਰ ਨਿਊਜ਼ ਆਪਾਂ ਕਰ ਲਿਆ ਕਰਾਂਗੇ। ਠੀਕ ਹੈ ਨਾ। ਸੋ ਇੱਕ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਸੀਗੀ। ਸੋ ਇੱਕ ਵਾਰੀ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿੱਤੀ ਹੈਗੀ। ਠੀਕ ਹੈ ਨਾ। ਬਾਕੀ ਇਸ ਤੋਂ ਬਾਅਦ ਆਪਣੀਆਂ ਕੰਟੀਨਿਊ ਕਲਾਸਿਸ ਜਿਹੜੀਆਂ ਲੱਗਿਆ ਕਰਨਗੀਆਂ। ਸੋ ਹੁਣ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀਆਂ ਕਰੰਟ ਅਫੇਅਰ ਨਿਊਜ਼ ਔਰ ਇਸ ਤੋਂ ਪਹਿਲਾਂ ਵੀ ਥੋੜ੍ਹੀਆਂ ਜਿਹੜੀਆਂ ਆਪਣੀਆਂ ਮਿਸ ਹੋ ਗਈਆਂ ਸੀਗੀਆਂ। ਠੀਕ ਹੈ ਜੀ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਆਪਾਂ। ਸਭ ਤੋਂ ਫਸਟ ਕੁਐਸਚਨ ਆਪਣਾ, ਵਿਚ ਕੰਟਰੀ ਅਨਾਊਂਸ ਟੂ ਡਿਵੈਲਪ ਦੀ ਵਰਲਡ ਫਸਟ ਸੈਟੇਲਾਈਟ ਮੇਡ ਆਫ ਵੁੱਡ ਬਾਈ 2023। ਦੇਖੋ ਜੀ, ਕਹਿੰਦੇ ਕਿਹੜੇ ਦੇਸ਼ ਨੇ ਸਾਲ 2023 ਤੱਕ ਲੱਕੜ ਦੇ ਬਣੇ ਵਿਸ਼ਵ ਦਾ ਪਹਿਲਾ ਉਪਗ੍ਰਹਿ ਵਿਕਸਿਤ ਕਰਨ ਦਾ ਐਲਾਨ ਕਰ ਦਿੱਤਾ ਗਾ। ਦੇਖੋ ਜੀ ਇੰਪੋਰਟੈਂਟ ਹੈਗਾ ਔਰ ਇਹ ਜਿਹੜਾ ਹੁਣ ਐਲਾਨ ਕੀਤਾ ਗਾ ਨਾ, ਜਾਪਾਨ ਕੰਟਰੀ ਦੇ ਵੱਲੋਂ ਕੀਤਾ ਗਿਆ। ਜਾਪਾਨ ਦੀ ਇੱਕ ਯੂਨੀਵਰਸਿਟੀ ਹੈ ਕਿਊਟੋ ਯੂਨੀਵਰਸਿਟੀ ਔਰ ਪਲੱਸ ਜਾਪਾਨ ਦੀ ਇੱਕ ਪ੍ਰਾਈਵੇਟ ਕੰਪਨੀ ਆ, ਦੋਨਾਂ ਨੇ ਕਿਹਾ ਗਾ ਵੀ ਹੁਣ ਸਾਲ 2023 ਤੱਕ ਅਸੀਂ ਲੱਕੜ ਦਾ ਜਿਹੜਾ ਉਪਗ੍ਰਹਿ ਉਹ ਤਿਆਰ ਕਰ ਲਵਾਂਗੇ। ਦੇਖੋ ਅਗਰ ਆਪਾਂ ਗੱਲ ਕਰੀਏ ਵੀ ਜਿਹੜੀ ਲੱਕੜ ਦੀ ਜਿਹੜੀ ਸੈਟੇਲਾਈਟ ਤਿਆਰ ਕਰਨਗੇ, ਇਹਦੇ ਪਿੱਛੇ ਵਜ੍ਹਾ ਕੀ ਹੈਗੀ। ਦੇਖੋ ਅਗਰ ਆਪਾਂ ਸਪੇਸ ਦੀ ਗੱਲ ਕਰੀਏ ਤਾਂ ਸਪੇਸ ਦੇ ਵਿੱਚ ਬਹੁਤ ਸਾਰੇ ਹੁਣ ਜਿਹੜੇ ਉਪਗ੍ਰਹਿ ਪਹੁੰਚ ਚੁੱਕੇ ਨੇ ਆਪਣੇ, ਔਰ ਇਹਨਾਂ ਉਪਗ੍ਰਹਿ ਦੀ ਜਿਹੜੀ ਵੇਸਟੇਜ ਹੁੰਦੀ ਹੈਗੀ ਉਹ ਐਜ਼ ਇਟ ਇਜ਼ ਕੀ ਆਪਣੇ ਸਪੇਸ ਵਿੱਚ ਪਈ ਰਹਿੰਦੀ ਹੈ। ਔਰ ਜਿਨ੍ਹਾਂ ਨੂੰ ਅਗਰ ਆਪਾਂ ਗੱਲ ਕਰੀਏ ਤਾਂ ਸਪੇਸ ਜੰਕ ਕਹਿੰਦੇ ਬੇਸਿਕਲੀ ਆਪਾਂ। ਔਰ ਜਿਹੜੀ ਇਹ ਸਪੇਸ ਜੰਕ ਹੈ, ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਜਾਪਾਨ ਵੱਲੋਂ ਕਿਹਾ ਗਿਆ ਵੀ ਅਸੀਂ ਲੱਕੜ ਦਾ ਇੱਕ ਉਪਗ੍ਰਹਿ ਜਿਹੜਾ 2023 ਤੱਕ ਬਣਾ ਕੇ ਅਸਮਾਨ ਵਿੱਚ ਭੇਜਾਂਗੇ ਸਪੇਸ ਵਿੱਚ, ਔਰ ਜਿਹੜੀ ਉਹਦੀ ਵੇਸਟੇਜ ਵੀ ਹੋਏਗੀ, ਠੀਕ ਹੈ ਨਾ, ਤਾਂ ਅਸਮਾਨ ਦੇ ਵਿੱਚ ਲੱਕੜ ਦੀ ਹੋਣ ਕਰਕੇ ਜਲ ਜਾਵੇਗੀ, ਆਟੋਮੈਟਿਕ ਉਹ ਨਸ਼ਟ ਹੋ ਜਾਵੇਗੀ। ਤਾਂ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਇਹ ਪਹਿਲੀ ਵਾਰ ਹੋਏਗਾ ਆਪਣੀ ਦੁਨੀਆ ਵਿੱਚ ਸਾਲ 2023 ਤੱਕ, ਔਰ ਜਾਪਾਨ ਨੇ ਇਸ ਦਾ ਅੱਗੇ ਹੁਣ ਐਲਾਨ ਕੀਤਾ ਗਾ। ਤਾਂ ਇਹ ਕੁਐਸਚਨ ਇੰਪੋਰਟੈਂਟ ਹੈਗਾ ਔਰ ਤੁਹਾਨੂੰ ਧਿਆਨ ਵਿੱਚ ਜ਼ਰੂਰ ਰੱਖਣਾ। ਠੀਕ ਹੈ ਜੀ। ਬਾਕੀ ਗੱਲ ਜਾਪਾਨ ਦੀ ਕਰੀਏ, ਸਭ ਤੋਂ ਪਹਿਲਾਂ ਤਾਂ ਜਾਪਾਨ ਦੇ ਨਾ PM ਦਾ ਨਾਂ ਯਾਦ ਰੱਖਣਾ, ਨਵੇਂ ਬਣੇ ਸੀ ਔਰ ਜਿਨ੍ਹਾਂ ਨਾਂ ਸੀ ਯੋਸ਼ੀਹਿਦੇ ਸੁਗਾ ਸਾਹਿਬ। ਯੋਸ਼ੀਹਿਦੇ ਸੁਗਾ ਸਾਹਿਬ ਇੱਥੋਂ ਦੇ PM ਨੇ। ਜਾਪਾਨ ਦੀ ਕੈਪੀਟਲ ਦੀ ਗੱਲ ਕਰੀਏ, ਟੋਕੀਓ ਕੈਪੀਟਲ ਹੈ ਔਰ ਸਨ ਰਾਈਜ਼ਿੰਗ ਕੰਟਰੀ ਵੀ ਕਿਹਾ ਜਾਂਦਾ ਜਾਪਾਨ ਨੂੰ, ਸੂਰਜ ਉੱਗਣ ਦਾ ਦੇਸ਼। ਠੀਕ ਹੈ ਨਾ। ਬਾਕੀ ਜਾਪਾਨ ਦੀ ਕਰੰਸੀ ਯਾਦ ਰੱਖ ਸਕਦੇ ਹੋ, ਜੇਨ। ਠੀਕ ਹੈ ਨਾ। ਜੇਨ ਇੱਥੋਂ ਦੀ ਕਰੰਸੀ ਆ। ਔਰ ਜਾਪਾਨ ਦੀ ਸੰਸਦ ਦਾ ਨਾਂ ਕਈ ਵਾਰੀ ਪੁੱਛ ਲੈਂਦੇ ਆ, ਯਾਦ ਰੱਖਣਾ ਡਾਈਟ ਇੱਥੋਂ ਦੀ ਕੀ ਆ, ਸੰਸਦ ਦਾ ਨਾਂ ਹੈਗਾ। ਠੀਕ ਹੈ ਜੀ। ਸੋ ਇੰਨੇ ਸਾਰੇ ਬੇਸਿਕ ਫੈਕਟ ਜਾਪਾਨ ਨਾਲ ਰਿਲੇਟਡ ਯਾਦ ਰੱਖਣੇ। ਬਾਕੀ ਜਾਪਾਨ ਦੀ ਗੱਲ ਕਰੀਏ, ਦੇਖੋ ਇੱਕ ਸਪੇਸ ਆਪਰੇਸ਼ਨ ਸੀ ਜਾਪਾਨ ਨੇ ਲਾਂਚ ਕੀਤਾ, ਜਿਹਦਾ ਨਾਂ ਸੀ ਸਕੁਐਟਰੀਨ ਨਾਂ ਦਾ ਆਪਰੇਸ਼ਨ ਜਾਪਾਨ ਨੇ ਲਾਂਚ ਕੀਤਾ, ਸਪੇਸ ਆਪਰੇਸ਼ਨ ਸੀ। ਠੀਕ ਹੈ ਜੀ। ਔਰ ਇਸੇ ਤਰੀਕੇ ਨਾਲ ਪਿਛਲੇ ਸਾਲ 2020 ਦੇ ਵਿੱਚ ਇੱਕ ਇੰਡੈਕਸ ਆਇਆ ਸੀ ਜਿਹਦਾ ਨਾਂ ਸੀ ਹੈਨਲੇ ਪਾਸਪੋਰਟ ਇੰਡੈਕਸ। ਇਸ ਇੰਡੈਕਸ ਦੇ ਵਿੱਚ ਵੀ ਟੌਪ 'ਤੇ ਰਿਹਾ ਸੀ ਜਾਪਾਨ। ਔਰ ਆਪਣੇ ਭਾਰਤ ਦੀ ਗੱਲ ਕਰੀਏ, 84ਵੇਂ ਨੰਬਰ 'ਤੇ ਰਿਹਾ ਸੀ ਭਾਰਤ ਇਸ ਇੰਡੈਕਸ ਵਿੱਚ। ਠੀਕ ਹੈ ਜੀ। ਬਾਕੀ ਐਕਸਰਸਾਈਜ਼ਾਂ ਇੰਪੋਰਟੈਂਟ ਬਣ ਗਈਆਂ ਜਾਪਾਨ ਨਾਲ। ਠੀਕ ਹੈ ਨਾ। ਆਪਣੀ ਇੰਡੀਅਨ ਕੋਸਟ ਗਾਰਡ ਔਰ ਜਾਪਾਨ ਦੇ ਕੋਸਟ ਗਾਰਡ ਜਾਣੀ ਕਿ ਤੱਟ ਰੱਖਿਅਕ ਸੈਨਾ ਵਿਚਕਾਰ ਇੱਕ ਐਕਸਰਸਾਈਜ਼ ਹੋਈ ਸੀਗੀ। ਕਿੱਥੇ ਹੋਈ ਸੀ? ਚੇਨਈ ਵਿੱਚ ਹੋਈ ਸੀ ਰੀਸੈਂਟ ਵਿੱਚ। ਔਰ ਇਸ ਐਕਸਰਸਾਈਜ਼ ਦਾ ਨਾਂ ਸੀ ਸਹਿਯੋਗ ਕਾਜ਼ੇਨ ਨਾਂ ਦੀ ਐਕਸਰਸਾਈਜ਼। ਠੀਕ ਹੈ ਨਾ। ਔਰ ਇਸੇ ਤਰੀਕੇ ਨਾਲ ਇੱਕ ਐਕਸਰਸਾਈਜ਼ ਹੈ ਜਮੈਕ ਨਾਂ ਦੀ। ਜਮੈਕ ਦਾ ਪੂਰਾ ਨਾਂ ਹੈਗਾ ਜਾਪਾਨ ਇੰਡੀਆ ਮੈਰਿਟ ਐਕਸਰਸਾਈਜ਼। ਠੀਕ ਹੈ। ਜਾਪਾਨ ਇੰਡੀਆ ਮੈਰਿਟ ਐਕਸਰਸਾਈਜ਼, ਔਰ ਇਹ ਵੀ ਆਪਣੇ ਭਾਰਤ ਅਤੇ ਜਾਪਾਨ ਦੇ ਵਿੱਚ ਹੋ ਕੇ ਹਟੀ ਸੀ। ਔਰ ਸਭ ਤੋਂ ਇੰਪੋਰਟੈਂਟ ਇੱਕ ਐਕਸਰਸਾਈਜ਼ ਹੈ ਮਾਲਾਬਾਰ ਦੀ ਗੱਲ ਕਰੀਏ, ਪਿਛਲੇ ਸਾਲ ਹੋ ਕੇ ਹਟੀ ਹੈ ਰੀਸੈਂਟ ਵਿੱਚ ਹੀ, ਔਰ ਇਹ 4 ਕੰਟਰੀ ਵਿਚਕਾਰ ਹੋਈ ਸੀ। ਦੇਖੋ ਮਾਲਾਬਾਰ ਦੀ ਅਗਰ ਆਪਾਂ ਗੱਲ ਕਰੀਏ, ਇੱਕ ਕੰਟਰੀ ਤਾਂ ਜਾਪਾਨ ਹੈ ਔਰ ਦੂਜਾ ਆਪਣਾ ਇੰਡੀਆ, ਥਰਡ ਵਨ ਯਾਦ ਰੱਖਣਾ ਅਮਰੀਕਾ, ਔਰ 4th ਹੈਗਾ ਆਸਟ੍ਰੇਲੀਆ। ਤਾਂ ਚਾਰੇ ਕੰਟਰੀ ਸ਼ਾਮਲ ਹੈਗੀਆਂ ਸੀ ਮਾਲਾਬਾਰ ਦੇ ਵਿੱਚ।
ਦੇਖੋ ਮਾਲਾਬਾਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਕਿੱਥੇ ਹੋਈ ਸੀਗੀ, ਇਹ ਆਪਣੀ ਹੋਈ ਭਾਰਤ ਵਿੱਚ ਹੀ ਸੀ, ਠੀਕ ਹੈ ਨਾ। ਔਰ ਮਾਲਾਬਾਰ ਦੀ ਗੱਲ ਕਰੀਏ 2 ਸਟੇਜਿਸ ਵਿੱਚ ਇਹ ਐਕਸਰਸਾਈਜ਼ ਹੋਈ ਸੀ। ਪਹਿਲੀ ਸਟੇਜ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਬੰਗਾਲ ਦੀ ਖਾੜੀ ਵਿੱਚ, ਔਰ ਦੂਜੀ ਵਾਰੀ ਅਗਰ ਆਪਾਂ ਗੱਲ ਕਰੀਏ ਤਾਂ ਅਰਬ ਸਾਗਰ 'ਚ ਹੋਈ ਸੀ। ਇੱਕ ਨੇਵਲ ਐਕਸਰਸਾਈਜ਼ ਇਹ ਹੈਗੀ ਸੀ, ਠੀਕ ਹੈ ਨਾ। ਅਤੇ ਇੱਕ ਮੋਸਟ ਇੰਪੋਰਟੈਂਟ ਐਕਸਰਸਾਈਜ਼ ਹੈ ਔਰ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣੀ ਆ। ਦੇਖੋ ਅਗਰ ਆਪਾਂ ਜਾਪਾਨ ਦੀ ਗੱਲ ਕਰੀਏ ਤੁਹਾਨੂੰ ਇੱਕ ਫੈਕਟ ਹੋਰ ਦੱਸ ਦਾਂਗਾ। ਆਪਣੇ ਭਾਰਤ ਦੇ ਇੱਕ ਵਿਅਕਤੀ ਨੇ, ਕਿੱਥੋਂ ਨੇ ਉਹ, ਮਣੀਪੁਰ ਤੋਂ ਹੈਗੇ ਨੇ, ਔਰ ਉਹਨਾਂ ਦਾ ਨਾਮ ਹੈਗਾ ਡਾਕਟਰ ਥੰਗਜਾਮ ਧਮਾਲੀ ਸਿੰਘ, ਠੀਕ ਹੈ ਨਾ। ਇਹਨਾਂ ਨੂੰ ਜਾਪਾਨ ਦੇ ਵੱਲੋਂ ਆਰਡਰ ਆਫ ਰਾਈਜ਼ਿੰਗ ਸਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਪਿਛਲੇ ਸਾਲ, ਠੀਕ ਹੈ ਨਾ। ਸੋ ਇਹਨਾਂ ਨਾਮ ਵੀ ਤੁਹਾਨੂੰ ਧਿਆਨ ਵਿੱਚ ਰੱਖਣਾ। ਬਾਕੀ ਜਾਪਾਨ ਦੀ ਇੱਕ ਪਲੇਅਰ ਹੈ ਟੈਨਿਸ ਪਲੇਅਰ, ਜਿਨ੍ਹਾਂ ਨਾਮ ਹੈਗਾ ਨਿਓਮੀ ਉਸਾਕਾ, ਟੈਨਿਸ ਪਲੇਅਰ ਆ ਬਹੁਤ ਫੇਮਸ, ਔਰ ਇਹਨਾਂ ਨਾਮ ਯਾਦ ਰੱਖਣਾ ਜਾਪਾਨ ਤੋਂ ਹੈ। ਔਰ ਇਹਨਾਂ ਨੂੰ ਵੀ ਰੀਸੈਂਟ ਦੇ ਵਿੱਚ US ਓਪਨ ਦਾ ਜਿਹੜਾ ਵੂਮਨ ਸਿੰਗਲ ਦਾ ਟਾਈਟਲ ਹੈ ਉਹਦਾ ਖਿਤਾਬ ਇਹਨਾਂ ਨੇ ਜਿੱਤਿਆ ਸੀ, ਨਿਓਮੀ ਉਸਾਕਾ ਨੇ। ਔਰ ਇੱਕ ਫੋਰਬਸ ਦੀ ਰਿਪੋਰਟ ਵੀ ਆਈ ਸੀਗੀ, ਦੁਨੀਆ ਦੇ ਵਿੱਚ ਸਭ ਤੋਂ ਅਮੀਰ ਜਿਹੜੀਆਂ ਖਿਡਾਰਨਾਂ ਹੈਗੀਆਂ ਨੇਗੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਅਮੀਰ ਖਿਡਾਰਨ ਕੌਣ ਹੈ, ਨਿਓਮੀ ਉਸਾਕਾ ਦੀ, ਜਿਹੜੀ ਕਿ ਜਾਪਾਨ ਦੀ ਹੈਗੀ ਹੈ, ਠੀਕ ਹੈ ਨਾ। ਤਾਂ ਜਾਪਾਨ ਨਾਲ ਰਿਲੇਟਡ ਤੁਸੀਂ ਇਹ ਸਾਰੀਆਂ ਕਰੰਟ ਅਫੇਅਰ ਨਿਊਜ਼ ਵੀ ਧਿਆਨ ਵਿੱਚ ਰੱਖ ਸਕਦੇ ਹੋ, ਇਹ ਸਾਰੀਆਂ ਹੀ ਇੰਪੋਰਟੈਂਟ ਹੈਗੀਆਂ ਨੇਗੀਆਂ, ਠੀਕ ਹੈ ਜੀ। ਸੋ ਗੱਲ ਕਰਦੇ ਅੱਜ ਦੇ ਨੈਕਸਟ ਕੁਐਸਚਨ ਬਾਰੇ। ਹੂ ਬਿਕਮ ਦੀ ਫਸਟ ਰੈਸੀਪੀਐਂਟ ਆਫ ਜੋਨੀ ਮੁਲਾਗ ਮੈਡਲ। ਦੇਖੋ ਜੀ ਕਿੰਨਾਂ ਨੂੰ ਹੁਣ ਜੋਨੀ ਮੁਲਾਗ ਮੈਡਲ ਪ੍ਰਾਪਤ ਕਰਨ ਵਾਲਾ ਜਿਹੜਾ ਪਹਿਲਾ ਖਿਡਾਰੀ ਜਿਹੜੇ ਬਣ ਚੁੱਕੇ ਨੇ। ਤਾਂ ਅਗਰ ਆਪਾਂ ਇਹ ਮੈਡਲ ਦੀ ਗੱਲ ਕਰੀਏ ਤਾਂ ਇਹ ਹੁਣ ਪਹਿਲੀ ਵਾਰ ਹੀ ਦਿੱਤਾ ਜਾਏਗਾ ਅਜਿੰਕੇ ਰਹਾਣੇ ਨੂੰ। ਆਪਣੀ ਟੀਮ ਦੇ ਪਲੇਅਰ ਨੇ, ਕ੍ਰਿਕਟ ਟੀਮ ਦੇ ਪਲੇਅਰ ਨੇ ਅਜਿੰਕੇ ਰਹਾਣੇ। ਔਰ ਜੇਕਰ ਅਗਰ ਆਪਾਂ ਇਹ ਮੈਡਲ ਦੀ ਗੱਲ ਕਰੀਏ ਜੋਨੀ ਮੁਲਾਗ ਮੈਡਲ, ਠੀਕ ਹੈ। ਜੋਨੀ ਮੁਲਾਗ ਪਹਿਲੀ ਗੱਲ ਕੌਣ ਸੀ ਤਾਂ 1968 ਦੇ ਵਿੱਚ ਜਿਹੜੀ ਆਸਟ੍ਰੇਲੀਅਨ ਕ੍ਰਿਕਟ ਟੀਮ ਹੈ ਉਹਦੇ ਕੈਪਟਨ ਹੁੰਦੇ ਸੀਗੇ ਇਹ, ਠੀਕ ਹੈ ਨਾ। ਸੋ ਉਹਨਾਂ ਨਾਂ 'ਤੇ ਇੱਕ ਮੈਡਲ ਦੀ ਸ਼ੁਰੂਆਤ ਕੀਤੀ ਗਈ ਆ ਔਰ ਪਹਿਲੀ ਵਾਰੀ ਜਿਹੜਾ ਮੈਡਲ ਨੂੰ ਦਿੱਤਾ ਗਿਆ ਗਾ ਅਜਿੰਕੇ ਰਹਾਣੇ ਨੂੰ, ਠੀਕ ਹੈ ਨਾ। ਬਾਕੀ ਜੋਨੀ ਮੁਲਾਗ ਦੀ ਅਗਰ ਆਪਾਂ ਗੱਲ ਕਰੀਏ ਤਾਂ 1968 ਦੇ ਵਿੱਚ ਕਿਸੇ ਵੀ ਦੇਸ਼ ਦੇ ਯਾਨੀ ਕਿ ਵਿਦੇਸ਼ੀ ਦੌਰੇ 'ਤੇ ਜਾਣ ਵਾਲੀ ਪਹਿਲੀ ਜਿਹੜੀ ਟੀਮ ਸੀ ਆਸਟ੍ਰੇਲੀਆ ਦੀ, ਤਾਂ ਉਸ ਸਮੇਂ ਕੀ ਇਹ ਕੈਪਟਨ ਹੋਇਆ ਕਰਦੇ ਸੀ ਆਸਟ੍ਰੇਲੀਆ ਟੀਮ ਦੇ। ਸੋ ਇਹਨਾਂ ਦੇ ਨਾਂ 'ਤੇ ਮੈਡਲ ਦਿੱਤਾ ਗਿਆ ਔਰ ਕਿਹਨੂੰ ਦਿੱਤਾ ਗਿਆ, ਅਜਿੰਕੇ ਰਹਾਣੇ ਸਾਹਿਬ ਨੂੰ, ਇਹਨਾਂ ਦਾ ਧਿਆਨ ਵਿੱਚ ਰੱਖਣਾ। ਬਾਕੀ MS ਧੋਨੀ, ਇਹਨਾਂ ਬਾਰੇ ਪੜ੍ਹਿਆ ਸੀ, ਇਹਨਾਂ ਨੂੰ ICC ਦਾ ਸਪਿਰਿਟ ਆਫ ਦੀ ਕ੍ਰਿਕਟ ਅਵਾਰਡ ਆਫ ਦੀ ਡਿਕੇਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਔਰ ਵਿਰਾਟ ਕੋਹਲੀ ਬਾਰੇ ਵੀ ਯਾਦ ਰੱਖ ਸਕਦੇ ਹੋ, ਵਨਡੇ ਪਲੇਅਰ ਆਫ ਦੀ ਡਿਕੇਡ ਵਜੋਂ ਇਹਨਾਂ ਨੂੰ ਕੀ ਚੁਣਿਆ ਗਿਆ ਸੀਗਾ, ਠੀਕ ਹੈ ਨਾ। ਸੋ ਇਹਨਾਂ ਬਾਰੇ ਵੀ ਤੁਹਾਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਗਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵੇਅਰ ਵਿਲ ਇੰਡੀਆਜ਼ ਫਸਟ ਐਥਨੋਲ ਪਲਾਂਟ ਬੀ ਸੈਟਅਪ। ਕਹਿੰਦੇ ਜੀ ਕਿੱਥੇ ਭਾਰਤ ਦਾ ਪਹਿਲਾ ਐਥਨੋਲ ਪਲਾਂਟ ਹੁਣ ਸਥਾਪਿਤ ਕੀਤਾ ਜਾਵੇਗਾ। ਤਾਂ ਇਹ ਯਾਦ ਰੱਖਣਾ ਜੀ, ਇਹ ਸਥਾਪਿਤ ਕੀਤਾ ਜਾਏਗਾ ਛੱਤੀਸਗੜ੍ਹ ਦੇ ਵਿੱਚ। ਦੇਖੋ ਜੀ ਅਗਰ ਆਪਾਂ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਦੇ ਬੋਰਮਦੇਵ ਸਹਿਕਾਰੀ ਸ਼ੱਕਰ ਕਾਰਖਾਨਾ ਇੱਕ, ਉੱਥੇ ਇਸ ਨੂੰ ਸਥਾਪਿਤ ਕੀਤਾ ਜਾਏਗਾ ਔਰ ਇਹ ਭਾਰਤ ਦਾ ਪਹਿਲਾ ਐਥਨੋਲ ਪਲਾਂਟ ਹੈਗਾ ਗਾ, ਠੀਕ ਹੈ। ਸੋ ਇਹਦੇ ਬਾਰੇ ਧਿਆਨ ਵਿੱਚ ਰੱਖਣਾ। ਬਾਕੀ ਛੱਤੀਸਗੜ੍ਹ ਬਾਰੇ ਗੱਲ ਕਰੀਏ, ਕੈਪੀਟਲ ਯਾਦ ਰੱਖਣਾ ਜੀ ਰਾਏਪੁਰ ਕੈਪੀਟਲ ਹੈ। ਔਰ CM ਦੀ ਗੱਲ ਕਰੀਏ ਭੂਪੇਸ਼ ਬਘੇਲ ਸਾਹਿਬ ਨੇ, ਔਰ ਗਵਰਨਰ ਦੀ ਗੱਲ ਕਰੀਏ ਅਨੁਸੂਈਆ ਉਕੇ ਸਾਹਿਬ, ਠੀਕ ਹੈ ਨਾ। ਧਿਆਨ ਵਿੱਚ ਰੱਖਣਾ ਇਹਨਾਂ ਬਾਰੇ ਵੀ। ਬਾਕੀ ਛੱਤੀਸਗੜ੍ਹ ਦੀ ਗੱਲ ਆਈ ਹੈ ਤਾਂ ਛੱਤੀਸਗੜ੍ਹ ਨਾਲ ਰਿਲੇਟਡ ਯਾਦ ਰੱਖਣਾ, ਛੱਤੀਸਗੜ੍ਹ ਨੇ ਰੀਸੈਂਟ ਦੇ ਵਿੱਚ ਨਾ ਇੱਕ ਦਾਈ ਦੀਦੀ ਮੋਬਾਈਲ ਕਲੀਨਿਕ ਵੈਨ ਨੂੰ ਸ਼ੁਰੂ ਕੀਤਾ ਸੀਗਾ, ਯਾਨੀ ਕਿ ਇੱਕ ਚੱਲਦੀ ਫਿਰਦੀ ਵੈਨ ਸੀਗੀ ਔਰ ਜਿਹਦੇ ਵਿੱਚ ਵੀ ਸਾਰਾ ਮੈਡੀਕਲ ਦਾ ਸਮਾਨ ਸੀ, ਜਿਹਦਾ ਨਾਮ ਹੈ ਦਾਈ ਦੀਦੀ ਮੋਬਾਈਲ ਕਲੀਨਿਕ ਵੈਨ। ਔਰ ਛੱਤੀਸਗੜ੍ਹ ਦੀਆਂ ਯੋਜਨਾਵਾਂ ਇੰਪੋਰਟੈਂਟ ਰਹਿਣਗੀਆਂ। ਸਭ ਤੋਂ ਪਹਿਲਾਂ ਯਾਦ ਰੱਖਣਾ ਸਵਾਸਥ ਸੁਰੱਖਿਆ ਅਭਿਆਨ ਯੋਜਨਾ ਛੱਤੀਸਗੜ੍ਹ ਦੀ ਸੀ ਇਹ। ਔਰ ਇਸ ਤੋਂ ਇਲਾਵਾ ਗੋਧਨ ਨਿਆਂ ਯੋਜਨਾ ਵੀ ਛੱਤੀਸਗੜ੍ਹ ਦੀ ਸੀ। ਇਸੇ ਤਰੀਕੇ ਨਾਲ ਇੰਦਰਾ ਵਣ ਮਿਤਾਨ ਯੋਜਨਾ, ਇਹ ਵੀ ਇੱਕ ਛੱਤੀਸਗੜ੍ਹ ਦੀ ਯੋਜਨਾ ਸੀ। ਔਰ ਇਸੇ ਤਰੀਕੇ ਨਾਲ ਪਸ਼ੂਧਨ ਨਿਆਂ ਯੋਜਨਾ ਵੀ ਛੱਤੀਸਗੜ੍ਹ ਦੀ ਸੀ। ਔਰ ਇਹਦੇ ਨਾਲ ਮਿਲਦੀ ਜੁਲਦੀ ਇੱਕ ਹੋਰ ਯੋਜਨਾ ਸੀ ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ, ਤਾਂ ਇਹ ਵੀ ਛੱਤੀਸਗੜ੍ਹ ਦੀ ਹੈਗੀ ਸੀ। ਇਹ ਸਾਰੀਆਂ ਯੋਜਨਾਵਾਂ ਧਿਆਨ ਵਿੱਚ ਰੱਖਣੀਆਂ, ਸਾਰੀਆਂ ਇੰਪੋਰਟੈਂਟ ਨੇ, ਠੀਕ ਹੈ ਜੀ। ਔਰ ਇੱਕ ਨਿਊਜ਼ ਤੁਹਾਨੂੰ ਹੋਰ ਦੱਸਦਾ, ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਸੀ ਜਿਨ੍ਹਾਂ ਦਾ ਨਾਮ ਅਜੀਤ ਜੋਗੀ, ਜਿਨ੍ਹਾਂ ਦਾ ਕਿ ਹੁਣ ਹਾਲ ਹੀ ਦੇ ਵਿੱਚ ਕੀ ਦੇਹਾਂਤ ਹੋਇਆ ਸੀਗਾ। ਤਾਂ ਅਜੀਤ ਜੋਗੀ ਦਾ ਨਾਮ ਧਿਆਨ ਵਿੱਚ ਰੱਖਣਾ, ਛੱਤੀਸਗੜ੍ਹ ਦੇ ਪਹਿਲੇ CM ਹੈਗੇ ਸੀ ਇਹ। ਸੋ ਇੰਨੀਆਂ ਸਾਰੀਆਂ ਨਿਊਜ਼ ਛੱਤੀਸਗੜ੍ਹ ਦੀਆਂ ਯਾਦ ਰੱਖਣੀਆਂ ਜੀ। ਬਾਕੀ ਛੱਤੀਸਗੜ੍ਹ ਦੇ ਨੈਸ਼ਨਲ ਪਾਰਕ ਵੀ ਇੰਪੋਰਟੈਂਟ ਬਣਦੇ ਆ, ਯਾਦ ਰੱਖਣਾ ਜੀ। ਇੰਦਰਾਵਤੀ ਨੈਸ਼ਨਲ ਪਾਰਕ ਛੱਤੀਸਗੜ੍ਹ ਵਿੱਚ ਹੈ ਔਰ ਕਿੰਗਰ ਵੈਲੀ ਨੈਸ਼ਨਲ ਪਾਰਕ ਵੀ ਛੱਤੀਸਗੜ੍ਹ ਵਿੱਚ ਹੈ ਔਰ ਗੁਰੂ ਖਾਸੀਦਾਸ ਨੈਸ਼ਨਲ ਪਾਰਕ, ਠੀਕ ਹੈ ਨਾ, ਇਹ ਵੀ ਛੱਤੀਸਗੜ੍ਹ ਦਾ ਹੈਗਾ, ਠੀਕ ਹੈ ਜੀ। ਸੋ ਇਹ ਸਾਰੇ ਨੈਸ਼ਨਲ ਪਾਰਕ ਔਰ ਕਰੰਟ ਅਫੇਅਰ ਨਿਊਜ਼ ਧਿਆਨ ਵਿੱਚ ਜ਼ਰੂਰ ਰੱਖਣੀ ਹੈ। ਗੱਲ ਕਰਦੇ ਹੁਣ ਅਗਲੇ ਕੁਐਸਚਨ ਬਾਰੇ ਜੀ। ਅ ਪ੍ਰੈਕਟਿਸ ਕਾਲਡ ਸਕਾਈਰੋਜ਼ ਵਾਜ਼ ਆਰਗੇਨਾਈਜ਼ਡ ਬਿਟਵੀਨ ਇੰਡੀਆ ਐਂਡ ਵਿਚ ਕੰਟਰੀ। ਦੇਖੋ ਜੀ ਕਹਿੰਦੇ ਭਾਰਤ ਅਤੇ ਕਿਹੜੇ ਦੇਸ਼ ਦੇ ਦਰਮਿਆਨ ਸਕਾਈਰੋਜ਼ ਨਾਮਕ ਅਭਿਆਸ ਜਿਹੜਾ ਆਯੋਜਨ ਕੀਤਾ ਜਾਵੇਗਾ। ਤਾਂ ਜਿਹੜਾ ਸਕਾਈਰੋਜ਼ ਅਭਿਆਸ ਹੈ ਨਾ ਆਪਣੇ ਭਾਰਤ ਅਤੇ ਹੁਣ ਫਰਾਂਸ ਦੇ ਵਿਚਕਾਰ ਹੋਵੇਗਾ। ਦੇਖੋ ਜਿਹੜੇ ਰਾਫੇਲ ਫਾਈਟਰ ਜੈਟ ਸੀ ਨਾ, ਤਾਂ ਉਹਨਾਂ ਦਾ ਇੱਕ ਅਭਿਆਸ ਹੋਏਗਾ, ਤਾਂ ਕਰਕੇ ਇੰਪੋਰਟੈਂਟ ਹੈਗਾ ਆਪਣੇ ਲਈ। ਔਰ ਜਿਹੜਾ ਸਕਾਈਰੋਜ਼ ਨਾਂ ਦਾ ਅਭਿਆਸ ਆ ਆਪਣੇ ਭਾਰਤ ਅਤੇ ਫਰਾਂਸ ਦੇ ਵਿਚਕਾਰ ਹੋਣ ਜਾ ਰਿਹਾ। ਕਿੱਥੇ ਹੋਵੇਗਾ? ਅੱਛਾ, ਰਾਜਸਥਾਨ ਦੇ ਜੋਧਪੁਰ ਦੇ ਵਿੱਚ ਅਭਿਆਸ ਜਿਹੜਾ ਹੋਵੇਗਾ, ਠੀਕ ਹੈ ਨਾ। ਸੋ ਇਹ ਤੁਹਾਨੂੰ ਧਿਆਨ ਵਿੱਚ ਰੱਖਣਾ, ਇੰਪੋਰਟੈਂਟ ਆਪਣੇ ਲਈ ਰਹਿਣ ਵਾਲਾ ਗਾ। ਬਾਕੀ ਗੱਲ ਫਰਾਂਸ ਦੀ ਕਰੀਏ, ਫਰਾਂਸ ਬਾਰੇ ਯਾਦ ਰੱਖਣਾ ਕੈਪੀਟਲ ਹੈਗੀ ਪੈਰਿਸ, ਠੀਕ ਹੈ ਨਾ। ਫਰਾਂਸ ਦੀ ਕੈਪੀਟਲ ਹੈ ਜੀ ਪੈਰਿਸ। ਔਰ ਫਰਾਂਸ ਦੀ ਅਗਰ ਆਪਾਂ ਗੱਲ ਕਰੀਏ ਕਰੰਸੀ ਦੀ,
यूरो इत्थों एक करंसी चलती है। बाकी पैरिस नाल रिलेटेड याद रखना 2024 ਜਿਹੜੇ ओलंपिक होने ने पैरिस ਵਿੱਚ ही होने ने, ठीक है जी। सो इन्ने फैक्ट ਤੁਸੀਂ ਧਿਆਨ ਵਿੱਚ ਰੱਖਣੇ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ ਹੁਣ ਆਪਾਂ। ਹੂ ਹੈਜ਼ ਬਿਕਮ ਦੀ ਰਿਚੈਸਟ ਪਰਸਨ ਇਨ ਏਸ਼ੀਆ। ਦੇਖੋ ਜੀ ਕਹਿੰਦੇ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਕੌਣ ਬਣ ਗਏ ਨੇਗੇ, ਤਾਂ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ ਜੀ ਜੌਂਗ ਸ਼ਾਂਗਸ਼ਾ, ਠੀਕ ਹੈ ਨਾ। ਜੌਂਗ ਸ਼ਾਂਗਸ਼ਾ ਨਾਂ ਦੇ ਜਿਹੜੇ ਵਿਅਕਤੀ ਨੇ, ਬੇਸਿਕਲੀ ਇਹਨਾਂ ਨੂੰ ਵਾਟਰ ਕਿੰਗ ਵੀ ਕਿਹਾ ਜਾਂਦਾ, ਔਰ ਇਹ ਚੀਨ ਤੋਂ ਹੈਗੇ ਨੇਗੇ, ਠੀਕ ਹੈ ਨਾ। ਤਾਂ ਇਹ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਸਭ ਤੋਂ ਪਹਿਲੇ ਨੰਬਰ ਦੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਨੇਗੇ, ਠੀਕ ਹੈ ਨਾ। ਬਾਕੀ ਰਿਪੋਰਟ ਦੀ ਗੱਲ ਕਰੀਏ ਤਾਂ ਬਲੂਮਬਰਗ ਬਿਲੀਨੀਅਰ ਦੀ ਰਿਪੋਰਟ ਸੀਗੀ, ਜਿਹਦੇ ਵਿੱਚ ਕਿ ਏਸ਼ੀਆ ਦੀ ਰਿਚੈਸਟ ਰੈਂਕਿੰਗ ਆਈ ਸੀਗੀ, ਔਰ ਜਿਹਦੇ ਵਿੱਚ ਕਿ ਸਭ ਤੋਂ ਟੌਪ 'ਤੇ ਏਸ਼ੀਆ ਵਿੱਚ ਹੈਗੇ ਨੇ ਹੁਣ ਜੌਂਗ ਸ਼ਾਂਗਸ਼ਾ, ਠੀਕ ਹੈ ਨਾ। ਔਰ ਦੇਖੋ ਦੂਜੇ ਨੰਬਰ 'ਤੇ ਅਗਰ ਆਪਾਂ ਗੱਲ ਕਰੀਏ, ਪਹਿਲਾਂ ਤਾਂ ਹੈਗੇ ਸੀ ਮੁਕੇਸ਼ ਅੰਬਾਨੀ ਸਾਹਿਬ ਪਹਿਲੇ ਨੰਬਰ 'ਤੇ, ਮੁਕੇਸ਼ ਅੰਬਾਨੀ ਆ ਗਏ ਹੁਣ ਦੂਜੇ ਨੰਬਰ 'ਤੇ, ਔਰ ਇਹ ਚਲੇ ਗਏ ਨੇ ਪਹਿਲੇ ਨੰਬਰ 'ਤੇ, ਠੀਕ ਹੈ ਨਾ। ਔਰ ਮੁਕੇਸ਼ ਅੰਬਾਨੀ ਕਿਉਂ ਦੂਜੇ ਨੰਬਰ 'ਤੇ ਆ ਗਏ ਇਹ ਵੀ ਆਪਾਂ ਨੂੰ ਪਤਾ ਹੀ ਹੈ ਹੁਣ। ਸੋ ਤੁਹਾਨੂੰ ਧਿਆਨ ਵਿੱਚ ਰੱਖਣਾ ਜੀ, ਠੀਕ ਹੈ। ਜੌਂਗ ਸ਼ਾਂਗਸ਼ਾ ਦਾ ਨਾਮ, ਸੋ ਇਹ ਚੀਨ ਤੋਂ ਹੈਗੇ ਨੇ, ਔਰ ਇਹਨਾਂ ਨੂੰ ਵਾਟਰ ਕਿੰਗ ਵੀ ਕਿਹਾ ਜਾਂਦਾ। ਬਾਕੀ ਅਗਰ ਆਪਾਂ ਇਹਨਾਂ ਦੀ ਵਰਲਡ ਲੈਵਲ 'ਤੇ ਉਹਦੀ ਗੱਲ ਕਰੀਏ ਰੈਂਕਿੰਗ ਦੀ, ਦੇਖੋ ਜਿਹੜੇ ਜੌਂਗ ਸ਼ਾਂਗਸ਼ਾ ਦੀ ਅਗਰ ਆਪਾਂ ਗੱਲ ਕਰੀਏ ਏਸ਼ੀਆ ਵਿੱਚੋਂ ਤਾਂ ਸਭ ਤੋਂ ਅਮੀਰ ਨੇ, ਔਰ ਦੁਨੀਆ ਵਿੱਚੋਂ ਗੱਲ ਕਰੀਏ ਤਾਂ 11ਵੇਂ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਨੇ। ਔਰ ਮੁਕੇਸ਼ ਅੰਬਾਨੀ ਦੀ ਗੱਲ ਕਰੀਏ ਤਾਂ ਉਹ 12ਵੇਂ ਨੰਬਰ ਦੇ ਬਣ ਚੁੱਕੇ ਨੇ ਪੂਰੀ ਦੁਨੀਆ ਵਿੱਚੋਂ, ਠੀਕ ਹੈ ਨਾ। ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ। ਬਾਕੀ ਸਭ ਤੋਂ ਟੌਪ 'ਤੇ ਗੱਲ ਕਰੀਏ ਦੁਨੀਆ ਵਿੱਚੋਂ ਤਾਂ ਜੈਫ ਬੇਜੋਸ ਤਾਂ ਹੈਗੀ ਨੇ ਟੌਪ 'ਤੇ, ਠੀਕ ਹੈ ਨਾ, ਜਿਹੜੇ ਕਿ ਐਮਾਜ਼ੋਨ ਕੰਪਨੀ ਦੇ ਮਾਲਕ ਜਿਹੜੇ ਹੈਗੇ ਨੇ, ਠੀਕ ਹੈ ਜੀ। ਸੋ ਇਹਨਾਂ ਨਾਮ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਹੂ ਹੈਜ਼ ਬੀਨ ਅਪੋਇੰਟਡ ਐਜ਼ ਡਾਇਰੈਕਟਰ ਜਨਰਲ ਆਫ CISF। ਦੇਖੋ ਜੀ ਕਿਹਨਾਂ ਨੂੰ ਕਹਿੰਦੇ CISF ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਗਾ। ਪਹਿਲੀ ਗੱਲ ਯਾਦ ਰੱਖੋ CISF ਮਤਲਬ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦਾ ਪੂਰਾ ਨਾਂ ਗਾ। ਸੋ ਇਹਦੇ ਹੁਣ ਡਾਇਰੈਕਟਰ ਜਨਰਲ ਜਿਹੜੇ ਬਣੇ ਨੇ ਸੁਬੋਧ ਕੁਮਾਰ ਜੈਸਵਾਲ ਸਾਹਿਬ ਬਣੇ ਨੇਗੇ। ਆਪਸ਼ਨ ਨੰਬਰ C ਬਿਲਕੁਲ ਰਾਈਟ ਆਂਸਰ ਹੈ। ਸੋ ਸੁਬੋਧ ਕੁਮਾਰ ਜੈਸਵਾਲ ਸਾਹਿਬ ਯਾਦ ਰੱਖਣਾ ਡਾਇਰੈਕਟਰ ਜਨਰਲ ਬਣ ਚੁੱਕੇ ਨੇ CISF ਮਤਲਬ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦਾ ਪੂਰਾ ਨਾਂ ਜੀ। ਔਰ ਸਥਾਪਨਾ ਦੀ ਗੱਲ ਕਰਾਂ ਤਾਂ 10 ਮਾਰਚ 1969 ਨੂੰ ਇਹਦੀ ਕੀ ਸਥਾਪਨਾ ਜਿਹੜੀ ਹੋਈ ਸੀ, ਠੀਕ ਹੈ ਨਾ, 69 ਨੂੰ। ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ, ਸੁਬੋਧ ਕੁਮਾਰ ਜੈਸਵਾਲ ਇਹਨਾਂ ਦਾ ਨਾਮ ਹੈਗਾ। ਬਾਕੀ ਰਜਤ ਦੱਤਾ ਆਪਾਂ ਨੇ ਪੜ੍ਹਿਆ ਸੀ ਜੀ, ਇੰਡੀਅਨ ਆਰਮਡ ਫੋਰਸ ਮੈਡੀਕਲ ਸਰਵਿਸ ਦੇ ਡਾਇਰੈਕਟਰ ਜਨਰਲ ਬਣੇ ਸੀ ਇਹ। ਔਰ ਸੁਨੀਲ ਕੁਮਾਰ ਇਹ ਵੀ ਲੇਟੈਸਟ ਅਪੁਆਇੰਟਮੈਂਟ ਹੈ, ਇਹਨਾਂ ਬਾਰੇ ਯਾਦ ਰੱਖਣਾ BSF ਦੇ ਇੰਸਪੈਕਟਰ ਜਨਰਲ ਬਣੇ ਨੇ ਇਹ, ਠੀਕ ਹੈ ਨਾ, ਸੁਨੀਲ ਕੁਮਾਰ। ਸੋ ਇਹਨਾਂ ਦਾ ਨਾਮ ਵੀ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦੀ ਨਿਊ ਚੇਅਰਮੈਨ ਐਂਡ CEO ਆਫ ਰੇਲਵੇ ਬੋਰਡ। ਦੇਖੋ ਜੀ ਕਹਿੰਦੇ ਕਿਹਨਾਂ ਨੂੰ ਹੁਣ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ CEO ਨਿਯੁਕਤ ਕੀਤਾ ਗਿਆ ਹੈ। ਤਾਂ ਇਹਨਾਂ ਨਾਮ ਇੰਪੋਰਟੈਂਟ ਹੈਗਾ, ਔਰ ਇਹਨਾਂ ਦਾ ਨਾਂ ਹੈਗਾ ਜੀ ਸੁਨੀਤ ਸ਼ਰਮਾ। ਸੁਨੀਤ ਸ਼ਰਮਾ ਹੋਣਗੇ ਹੁਣ ਆਪਣੇ ਇੰਡੀਅਨ ਰੇਲਵੇ ਦੇ ਨਵੇਂ CEO ਔਰ ਚੇਅਰਮੈਨ। ਪਹਿਲਾਂ ਹੈਗੇ ਸੀ BKJ ਜਾਦਵ ਸਾਹਿਬ, ਔਰ ਉਹਨਾਂ ਦੀ ਜਗ੍ਹਾ ਲੈਣਗੇ ਹੁਣ ਸੁਨੀਤ ਸ਼ਰਮਾ, ਠੀਕ ਹੈ। ਸੋ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਜੀ। ਸੋ ਇਹਨਾਂ ਬਾਰੇ ਸੋਨੇ ਧਿਆਨ ਵਿੱਚ ਰੱਖਣਾ। ਬਾਕੀ ਜਸ਼ਵਰਧਨ ਕੁਮਾਰ ਸਿਨਹਾ ਇਹ ਕੌਣ ਨੇਗੇ, ਤਾਂ ਇਹ ਆਪਣੇ CIC ਬਣੇ। CIC ਮਤਲਬ ਚੀਫ ਇਨਫੋਰਮੇਸ਼ਨ ਕਮਿਸ਼ਨਰ, ਠੀਕ ਹੈ ਨਾ। ਬਾਕੀ ਵਿਸ਼ਾਲ B ਸ਼ਰਮਾ ਬਾਰੇ ਯਾਦ ਰੱਖਣਾ, ਯੂਨੈਸਕੋ ਦੇ ਵਿੱਚ ਆਪਣੇ ਭਾਰਤ ਦੇ ਸਥਾਈ ਪ੍ਰਤੀਨਿਧੀ ਬਣੇ ਸੀਗੇ। ਔਰ K ਗੋਪਾਲ ਕ੍ਰਿਸ਼ਨਨ ਬਹੁਤ ਵਾਰੀ ਪੜ੍ਹ ਲਿਆ ਆਪਾਂ ਨੇ ਇਹਨਾਂ ਬਾਰੇ। RBI ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਰਿਜ਼ਰਵ ਬੈਂਕ ਇਨੋਵੇਸ਼ਨ ਹੱਬ ਦਾ ਪਹਿਲਾ ਜਿਹੜਾ ਪ੍ਰੈਜ਼ੀਡੈਂਟ ਚੁਣਿਆ ਗਿਆ ਗਾ K ਗੋਪਾਲ ਕ੍ਰਿਸ਼ਨਨ ਨੂੰ ਚੁਣਿਆ ਗਾ, ਠੀਕ ਹੈ ਨਾ। ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ। ਅੱਛਾ ਗੱਲ ਰੇਲਵੇ ਨਾਲ ਰਿਲੇਟਡ ਆਈ ਸੀਗੀ। ਦੇਖੋ ਰੇਲਵੇ ਦੇ ਹੁਣ ਚੇਅਰਮੈਨ ਅਤੇ CEO ਤਾਂ ਬਣ ਗਏ ਨੇ ਸੁਨੀਤ ਸ਼ਰਮਾ, ਔਰ ਰੇਲਵੇ ਦੇ ਅਗਰ ਆਪਾਂ ਮੰਤਰੀ ਗੱਲ ਕਰੀਏ ਕੌਣ ਰੇਲ ਮੰਤਰੀ, ਤਾਂ ਯਾਦ ਰੱਖਣਾ ਪਿਊਸ਼ ਗੋਇਲ ਸਾਹਿਬ ਹੈਗੇ ਨੇਗੇ, ਠੀਕ ਹੈ ਨਾ। ਸੋ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਦੀ ਯੂਨੀਅਨ ਕੈਬਨਿਟ ਹੈਜ਼ ਅਪਰੂਵਡ ਦੀ ਐਕਸਪੋਰਟ ਆਫ ਵਿਚ ਮਿਸਾਈਲ ਸਿਸਟਮ ਆਫ ਇੰਡੀਆ। ਕਹਿੰਦੇ ਜੀ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਕਿਸ ਮਿਸਾਈਲ ਪ੍ਰਣਾਲੀ ਦੇ ਨਿਰਯਾਤ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਹੈ। ਅਤੇ ਇੰਪੋਰਟੈਂਟ ਹੈਗਾ ਜੀ ਆਪਣੇ ਹੁਣ ਕੇਂਦਰੀ ਮੰਤਰੀ ਮੰਡਲ ਹੈ ਉਹਨੇ ਕਿਹਾ ਜਿਹੜੀ ਆਕਾਸ਼ ਮਿਸਾਈਲ ਆਪਣੀ ਉਹਨੂੰ ਕਿ ਹੁਣ ਐਕਸਪੋਰਟ ਕਰਨ ਦੀ ਜਿਹੜੀ ਮਨਜ਼ੂਰੀ ਦੇ ਦਿੱਤੀ ਹੈਗੀ। ਔਰ ਭਾਰਤ ਨੇ ਇੱਕ ਹੋਰ ਗੱਲ ਵੀ ਕਹੀ ਹੈ ਵੀ ਜਿਹੜਾ ਆਪਣਾ 2024 ਤੱਕ ਭਾਰਤ ਦਾ ਜਿਹੜਾ ਆਪਣਾ ਸਿਕਿਉਰਿਟੀ ਐਕਸਪੋਰਟ ਹੈਗਾ, ਠੀਕ ਹੈ ਨਾ, ਉਹਦਾ ਜਿਹੜਾ ਇੱਕ ਏਮ ਰੱਖਿਆ ਹੈਗਾ ਭਾਰਤ ਦੇ ਦੁਆਰਾ $5 ਬਿਲੀਅਨ ਦਾ ਰੱਖਿਆ ਹੈਗਾ 2024 ਤੱਕ ਮਤਲਬ ਅਸੀਂ $5 ਬਿਲੀਅਨ ਦਾ ਜਿਹੜੀ ਸਿਕਿਉਰਿਟੀ ਨਾਲ ਰਿਲੇਟਡ ਸੰਬੰਧਿਤ ਚੀਜ਼ਾਂ ਨੇ, ਜਾਣੀ ਕਿ ਦੇਖੋ ਜੀ ਮਿਸਾਈਲ ਹੋ ਗਈ ਅਤੇ ਜਿਹੜਾ ਐਕਸਪੋਰਟ ਹੈਗਾ $5 ਮਿਲੀਅਨ ਤੱਕ ਕਰ ਦੇਣਾ ਗਾ, ਯਾਦ ਰੱਖਣਾ ਇਹ ਵੀ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਹੂ ਵਾਜ਼ ਇਲੈਕਟਡ ਦੀ ਵਰਲਡਸ ਮੋਸਟ ਐਕਸੈਪਟਡ ਲੀਡਰ। ਦੇਖੋ ਜੀ ਕਿਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਪ੍ਰਮਾਣਿਤ ਨੇਤਾ ਹੁਣ ਚੁਣਿਆ ਗਿਆ ਗਾ। ਦੇਖੋ ਰਿਪੋਰਟ ਆਈ ਸੀਗੀ ਮੋਰਨਿੰਗ ਕੰਸਲਟ ਦੀ ਰਿਪੋਰਟ। ਮੋਰਨਿੰਗ ਕੰਸਲਟ ਦੀ ਰਿਪੋਰਟ ਦੇ ਅਨੁਸਾਰ ਜਿਹੜੇ ਨਰਿੰਦਰ ਮੋਦੀ ਨੇ ਆਪਣੇ PM, ਠੀਕ ਹੈ ਨਾ, ਇਹਨਾਂ ਨੂੰ ਕਹਿੰਦੇ ਦੁਨੀਆ ਦੇ ਵਿੱਚੋਂ ਸਭ ਤੋਂ ਜਿਹੜੇ ਪਸੰਦ ਕਰਨ ਵਾਲੇ ਜਿਹੜੇ ਨੇਤਾ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਟੌਪ 'ਤੇ ਰੱਖਿਆ ਗਿਆ ਗਾ। ਮੋਰਨਿੰਗ ਕੰਸਲਟ ਦੀ ਅਗਰ ਆਪਾਂ ਗੱਲ ਕਰੀਏ ਇਸ ਰਿਪੋਰਟ ਦੇ ਅਨੁਸਾਰ ਜਿਹੜੀ ਨਰਿੰਦਰ ਮੋਦੀ ਹੈ ਇਹਨਾਂ ਦੀ ਰੇਟਿੰਗ ਦੀ ਗੱਲ ਕਰੀਏ ਤਾਂ 55% ਰਹੀ ਹੈ। ਤਾਂ ਕਰਕੇ ਸਭ ਤੋਂ ਦੁਨੀਆ ਦੇ ਵਿੱਚ ਸਭ ਤੋਂ ਪਸੰਦੀਦਾ ਜਿਹੜੇ ਇੱਕ ਨੇਤਾ ਨੇਗੇ,
ठीक है, वो रहे ने नरेंद्र मोदी। 55% ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ 75% ਲੋਕ ਕਹਿੰਦੇ ਆਪਣੇ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਨੇ, ਔਰ ਕੇਵਲ ਜਿਹੜੇ 20% ਨੇ ਉਹ ਇਹਨਾਂ ਨੂੰ ਕੀ ਨਾ ਪਸੰਦ ਕਰਦੇ ਨੇਗੇ ਇਸ ਰਿਪੋਰਟ ਦੇ ਅਨੁਸਾਰ। ਅਤੇ ਇਹਦੀ ਓਵਰਆਲ ਅਗਰ ਆਪਾਂ ਰੈਂਕਿੰਗ ਦੀ ਗੱਲ ਕਰੀਏ ਤਾਂ 55% ਹੈ, ਜਿਹਦੇ ਨਾਲ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਪਸੰਦ ਕੀਤੇ ਜਾਣ ਵਾਲੇ ਇਸ ਰੈਂਕਿੰਗ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਨੇਤਾ ਹੈਗੇ ਨੇ ਉਹ ਨੇ ਨਰਿੰਦਰ ਮੋਦੀ। ਸੋ ਤੁਹਾਨੂੰ ਸਿੱਧਾ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਔਰ ਬਾਕੀ ਅਗਰ ਆਪਾਂ ਇਸ ਰਿਪੋਰਟ ਵਿੱਚ ਗੱਲ ਕਰੀਏ ਤਾਂ ਜਿਹੜੇ ਬੋਰਿਸ ਜੌਨਸਨ ਸਾਹਿਬ ਨੇ, ਬ੍ਰਿਟੇਨ ਦੇ ਪੀਐਮ ਨੇ ਬੋਰਿਸ ਜੌਨਸਨ, ਔਰ ਇਹਨਾਂ ਦੀ ਰਿਪੋਰਟ ਹੈ ਜਿਹੜੀ ਉਹ ਨੈਗੇਟਿਵ ਦੇ ਵਿੱਚ ਰਹੀ ਹੈ, ਠੀਕ ਹੈ ਨਾ, ਜਾਣੀ ਕਿ ਇਹਨਾਂ ਨੂੰ ਲੋਕ ਨਾ ਪਸੰਦ ਕਰਨ ਵਾਲੇ ਲੋਕ ਵੱਧ ਨੇਗੇ, ਪਸੰਦ ਕਰਨ ਵਾਲੇ ਘੱਟ ਨੇਗੇ, ਠੀਕ ਹੈ ਨਾ। ਸੋ ਇਹਨਾਂ ਦਾ ਨਾਮ ਵੀ ਇੰਪੋਰਟੈਂਟ ਬਣ ਜਾਂਦਾ ਗਾ। ਸੋ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਆਪਾਂ। ਇਨ ਵਟ ਨੇਮ ਡਿਡ ਗਵਰਨਮੈਂਟ ਲਾਂਚ ਅ ਪੋਰਟਲ ਐਂਡ ਐਪਲੀਕੇਸ਼ਨ ਟੂ ਕਨੈਕਟ ਵਿਦ ਦੀ ਇੰਡੀਅਨ ਡਿਸਪੋਰਾਜ਼। ਦੇਖੋ ਜੀ, ਭਾਰਤੀ ਪ੍ਰਵਾਸੀਆਂ ਦੇ ਨਾਲ ਜੁੜਨ ਲਈ ਸਰਕਾਰ ਨੇ ਕਿਸ ਨਾਮ ਤੋਂ ਇੱਕ ਪੋਰਟਲ ਅਤੇ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਾ। ਦੇਖੋ ਜੀ, ਇਸ ਐਪਲੀਕੇਸ਼ਨ ਦਾ ਨਾਮ ਹੈ, ਪੋਰਟਲ ਦਾ ਨਾਮ ਹੈਗਾ ਗਲੋਬਲ ਓਵਰਸੀਜ਼ ਰਿਲੇਸ਼ਨਸ਼ਿਪ। ਅਗਰ ਆਪਾਂ ਇਹਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਵਿਦੇਸ਼ ਮੰਤਰੀ ਕੌਣ ਨੇ, S.J. ਸ਼ੰਕਰ ਸਾਹਿਬ, ਉਹਨਾਂ ਦੇ ਦੁਆਰਾ ਇਸ ਪੋਰਟਲ ਅਤੇ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਗਾ। ਦੇਖੋ ਜਿੰਨੇ ਵੀ ਆਪਣੇ ਪ੍ਰਵਾਸੀ ਹੈਗੇ ਨੇਗੇ, ਠੀਕ ਹੈ, ਲਗਭਗ ਮੈਂ ਗੱਲ ਕਰਾਂ ਤਾਂ 3.12 ਕਰੋੜ ਲੋਕ ਹੈਗੇ ਨੇ ਆਪਣੇ ਭਾਰਤ ਦੇ, ਜਿਹੜੇ ਕਿ ਬਾਹਰਲੇ ਕੰਟਰੀ ਵਿੱਚ ਰਹਿੰਦੇ ਨੇਗੇ। ਸੋ ਉਹਨਾਂ ਨੂੰ ਕਿਸੇ ਵੀ ਐਮਰਜੈਂਸੀ ਸਮੇਂ ਉਹਨਾਂ ਲਈ ਰਾਬਤਾ ਕਰਨ ਲਈ, ਕਮਿਊਨੀਕੇਸ਼ਨ ਕਰਨ ਲਈ ਇਸ ਪੋਰਟਲ ਨੂੰ ਲਾਂਚ ਕੀਤਾ ਗਾ ਆਪਣੇ ਵਿਦੇਸ਼ ਮੰਤਰੀ ਦੇ ਦੁਆਰਾ, ਠੀਕ ਹੈ ਨਾ। ਸੋ ਇੱਕ ਇੰਪੋਰਟੈਂਟ ਰਹੇਗਾ ਸੋ ਆਪਣੇ ਲਈ ਇਹ ਕੁਐਸਚਨ। ਦੇਖੋ ਗੱਲ ਜਦੋਂ ਵੀ ਆਪਾਂ ਆਪਣੇ ਪ੍ਰਵਾਸੀਆਂ ਦੀ ਕਰਦੇ ਹਾਂ ਤੇ ਇੱਕ ਰਿਪੋਰਟ ਆਈ ਸੀ ਗਲੋਬਲ ਮਾਈਗ੍ਰੇਸ਼ਨ ਰਿਪੋਰਟ 2020 ਦੀ, ਠੀਕ ਹੈ ਨਾ। ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਪ੍ਰਵਾਸੀ ਸੀਗੇ ਉਹ ਭਾਰਤੀ ਹੀ ਹੈਗੇ ਨੇ, ਜਾਣੀ ਕਿ ਭਾਰਤ ਦੇ ਲੋਕ ਸਭ ਤੋਂ ਵੱਧ ਵਿਦੇਸ਼ਾਂ ਦੇ ਵਿੱਚ ਕੀ ਗਏ ਹੋਏ ਨੇਗੇ। ਤਾਂ ਤੁਸੀਂ ਇਹ ਰਿਪੋਰਟ ਵੀ ਯਾਦ ਰੱਖ ਸਕਦੇ ਹੋ, ਠੀਕ ਹੈ ਨਾ, ਇੰਪੋਰਟੈਂਟ ਹੈਗੀ। ਬਾਕੀ ਅਗਰ ਆਪਾਂ ਗੱਲ ਕਰੀਏ ਨੈਸ਼ਨਲ ਮਾਈਗ੍ਰੇਸ਼ਨ ਡੇ ਦੀ, ਤਾਂ ਹਰ ਸਾਲ ਆਪਾਂ 9 ਜਨਵਰੀ ਨੂੰ ਮਨਾਉਂਦੇ ਹਾਂ, ਠੀਕ ਹੈ ਨਾ, ਜਾਣੀ ਕਿ ਆਪਣਾ ਰਾਸ਼ਟਰੀ ਪ੍ਰਵਾਸੀ ਦਿਵਸ, ਠੀਕ ਹੈ ਜੀ। ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਹੁਣ ਆਪਾਂ। ਹੂ ਹੈਜ਼ ਬਿਕਮ ਦੀ ਨਿਊ ਪ੍ਰੈਜ਼ੀਡੈਂਟ ਆਫ ਇੰਡੀਅਨ ਮੈਡੀਕਲ ਐਸੋਸੀਏਸ਼ਨ। ਦੇਖੋ ਜੀ, ਕਹਿੰਦੇ ਹੁਣ ਕੌਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਬਣ ਗਿਆ ਗਾ। ਤਾਂ ਇਹਨਾਂ ਨਾਮ ਯਾਦ ਰੱਖਣਾ, ਡਾਕਟਰ ਜੈਲਾਲ, ਠੀਕ ਹੈ ਨਾ, ਡਾਕਟਰ ਜੈਲਾਲ ਬਣੇ ਨੇ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਵੇਂ ਪ੍ਰੈਜ਼ੀਡੈਂਟ, ਠੀਕ ਹੈ ਜੀ। ਸੋ ਇਹਨਾਂ ਨਾਮ ਇੰਪੋਰਟੈਂਟ ਰਹੇਗਾ। ਬਾਕੀ ਸੰਗੀਤਾ ਸ਼੍ਰੀਵਾਸਤਵ ਆਪਾਂ ਨੇ ਪੜ੍ਹਿਆ ਸੀ ਜੀ, ਇਲਾਹਾਬਾਦ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਇਹ ਬਣੀ ਸੀਗੀ, ਠੀਕ ਹੈ ਨਾ। ਔਰ ਵਰਸ਼ਾ ਜੋਸ਼ੀ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਚੇਅਰਮੈਨ ਬਣੀ ਸੀ, ਔਰ ਉਦੇ ਸ਼ੰਕਰ ਫਿੱਕੀ ਦੇ ਨਵੇਂ ਚੇਅਰਮੈਨ ਬਣੇ ਸੀਗੇ। ਸੋ ਇਹਨਾਂ ਬਾਰੇ ਤਾਂ ਤੁਹਾਨੂੰ ਜ਼ਰੂਰ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚ ਘਾਟ ਡਰਿੰਕਿੰਗ ਵਾਟਰ ਸਕੀਮ। ਦੇਖੋ ਜੀ, ਕਹਿੰਦੇ ਕਿਹੜੇ ਸਰਕਾਰ ਨੇ ਹੁਣ ਘਾਟ ਪੇਜਲ ਯੋਜਨਾ ਨੂੰ ਸ਼ੁਰੂ ਕੀਤਾ ਗਾ। ਦੇਖੋ ਜਿਹੜੀ ਇਹ ਘਾਟ ਪੇਜਲ ਯੋਜਨਾ ਗੀ ਨਾ, ਇਹ ਯੋਜਨਾ ਹੈਗੀ ਉੱਤਰਾਖੰਡ ਦੀ। ਦੇਖੋ ਇਸ ਯੋਜਨਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਉੱਤਰਾਖੰਡ ਦੇ CM ਤਰਵਿੰਦਰ ਸਿੰਘ ਰਾਵਤ ਦੇ ਦੁਆਰਾ ਉੱਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਗਾ। ਔਰ ਇਹਦੇ ਵਿੱਚ ਕੀ ਹੋਗਾ, ਮੇਨਲੀ ਜਿੰਨੇ ਵੀ ਦੇਖੋ ਪਿਥੌਰਗੜ੍ਹ ਜ਼ਿਲ੍ਹੇ ਦੇ ਵਿੱਚ ਲੋਕ ਨੇ ਨਾ, ਉਹਨਾਂ ਨੂੰ ਸਾਫ਼ ਪਾਣੀ ਉਪਲਬਧ ਕਰਾਉਣ ਵਾਸਤੇ, ਚਾਹੇ ਉਹ ਪੀਣ ਵਾਲਾ ਹੋਵੇ ਜਾਂ ਫਿਰ ਕੋਈ ਵੀ ਕੰਮ ਧੰਦੇ ਕਰਨ ਵਾਲਾ, ਤਾਂ ਉਹਨਾਂ ਵਾਸਤੇ ਸਾਫ਼ ਪਾਣੀ ਦੀ ਸੁਵਿਧਾ ਵਾਸਤੇ ਇਸ ਘਾਟ ਪੇਜਲ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਗਾ, ਠੀਕ ਹੈ। ਸੋ ਇਹ ਉੱਤਰਾਖੰਡ ਦੀ ਯੋਜਨਾ ਹੈਗੀ, ਧਿਆਨ ਵਿੱਚ ਰੱਖਣਾ। ਬਾਕੀ ਉੱਤਰਾਖੰਡ ਦੀ ਗੱਲ ਕਰੀਏ 2 ਕੈਪੀਟਲਾਂ ਨੇ ਜੀ। ਵਿੰਟਰ ਕੈਪੀਟਲ ਦੀ ਗੱਲ ਕਰੀਏ ਤਾਂ ਦੇਹਰਾਦੂਨ, ਔਰ ਸਮਰ ਕੈਪੀਟਲ ਦੀ ਮੈਂ ਗੱਲ ਕਰਾਂ ਤਾਂ ਗੇਰਸੇਨ ਹੈਗੀ ਹੈ, ਠੀਕ ਹੈ ਨਾ। ਸੋ ਇਹਦੇ ਬਾਰੇ ਧਿਆਨ ਵਿੱਚ ਰੱਖਣਾ। ਬਾਕੀ CM ਤੁਹਾਨੂੰ ਦੱਸ ਦਿੱਤਾ ਤਰਵਿੰਦਰ ਸਿੰਘ ਰਾਵਤ ਨੇ, ਗਵਰਨਰ ਦੀ ਗੱਲ ਕਰਿਆ ਤਾਂ ਬੇਬੀ ਰਾਣੀ ਮੌਰੀਆ, ਠੀਕ ਹੈ ਨਾ। ਸੋ ਇਹਨਾਂ ਬਾਰੇ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਇੰਡੀਅਨ ਆਰਮੀ ਚੀਫ MM ਨਰਮਾਨੇ ਵਾਜ਼ ਅਵਾਰਡਡ ਦੀ ਗਾਰਡ ਆਫ ਆਨਰ ਬਾਈ ਵਿਚ ਕੰਟਰੀ। ਦੇਖੋ ਜੀ, ਕਹਿੰਦੇ ਇੰਡੀਅਨ ਆਰਮੀ ਚੀਫ ਕੌਣ ਨੇ, ਇੰਡੀਅਨ ਆਰਮੀ ਚੀਫ MM ਨਰਮਾਨੇ ਸਾਹਿਬ ਨੂੰ ਕਹਿੰਦੇ ਕਿਸ ਦੇਸ਼ ਦੇ ਦੁਆਰਾ ਗਾਰਡ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ ਗਾ। ਤਾਂ ਅਗਰ ਆਪਾਂ ਇਹ ਗੱਲ ਕਰੀਏ ਤਾਂ MM ਨਰਮਾਨੇ ਸਾਹਿਬ ਨੂੰ ਸਨਮਾਨਿਤ ਕੀਤਾ ਜੀ ਸਾਊਥ ਕੋਰੀਆ ਦੇ ਵੱਲੋਂ। ਆਪਸ਼ਨ ਨੰਬਰ D ਬਿਲਕੁਲ ਰਾਈਟ ਆਨਸਰ ਹੈਗਾ। ਸੋ ਸਾਊਥ ਕੋਰੀਆ ਦੇ ਵਿੱਚ 3 ਦਿਨਾਂ ਵਾਸਤੇ ਗਏ ਹੋਏ ਸੀਗੇ ਕੌਣ, MM ਨਰਮਾਨੇ ਸਾਹਿਬ। ਤਾਂ ਉਹਨਾਂ ਨੇ ਕੀ ਆ, ਇਹਨਾਂ ਨੂੰ ਗਾਰਡ ਆਫ ਆਨਰ ਦੇ ਨਾਲ ਕੀ ਆ, ਸਨਮਾਨਿਤ ਕੀਤਾ ਗਾ। ਦੇਖੋ ਅਗਰ ਤੁਸੀਂ ਡੇਲੀ ਸਾਡੀ ਕਰੰਟ ਅਫੇਅਰ ਦੇਖਦੇ ਹੋਗੇ ਤਾਂ ਆਪਾਂ ਨੇ ਪਿਛਲੇ ਮਹੀਨੇ ਪੜ੍ਹਿਆ ਸੀ ਜਿਹੜੇ MM ਨਰਮਾਨੇ ਸਾਹਿਬ ਨੇ, ਔਰ ਇਹ ਨਾ ਸਾਊਦੀ ਅਰਬ ਔਰ UAE ਕੰਟਰੀ ਦੀ ਯਾਤਰਾ 'ਤੇ ਗਏ ਸੀ। ਤਾਂ UAE ਦੇ ਵੱਲੋਂ ਵੀ ਇੱਕ ਸਨਮਾਨ ਨਾਲ ਕੀ ਨਿਵਾਜਿਆ ਗਿਆ ਸੀ MM ਨਰਮਾਨੇ ਸਾਹਿਬ ਨੂੰ। ਕੀ ਤੁਸੀਂ ਮੈਨੂੰ ਦੱਸ ਸਕਦੇ ਵੀ ਉਸ ਜਿਹੜਾ ਸਨਮਾਨ ਹੈ ਉਹਦਾ ਨਾਮ ਕੀ ਸੀਗਾ? ਤਾਂ ਉਹਦਾ ਅੱਛਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਠੀਕ ਹੈ ਨਾ। ਬਾਕੀ ਸਾਊਥ ਕੋਰੀਆ ਬਾਰੇ ਗੱਲਬਾਤ ਕਰ ਲੈਂਦੇ ਹਾਂ ਜੀ। ਸਾਊਥ ਕੋਰੀਆ ਬਾਰੇ ਗੱਲ ਕਰੀਏ ਤਾਂ ਕੈਪੀਟਲ ਯਾਦ ਰੱਖਣਾ, ਕੈਪੀਟਲ ਇੱਥੋਂ ਹੈਗੀ ਸਿਓਲ, ਠੀਕ ਹੈ ਨਾ। ਔਰ ਸਾਊਥ ਕੋਰੀਆ ਦੀ ਕਰੰਸੀ ਦੀ ਗੱਲ ਕਰਾਂ ਤਾਂ ਬੋਨ, ਠੀਕ ਹੈ ਨਾ। ਇੱਥੇ ਬੋਨ ਕੀ ਹੈ, ਕਰੰਸੀ ਚੱਲਦੀ ਆ। ਦੇਖੋ ਅਗਰ ਆਪਾਂ ਗੱਲ ਕਰੀਏ ਸਾਊਥ ਕੋਰੀਆ ਬਾਰੇ, ਨਾਰਥ ਕੋਰੀਆ ਔਰ ਸਾਊਥ ਕੋਰੀਆ, ਇਹਨਾਂ ਦੋਨਾਂ ਕੰਟਰੀ ਨੂੰ ਜਿਹੜੀ ਲਾਈਨ ਅਲੱਗ ਕਰਦੀ ਹੈ ਤਾਂ ਇਹਨੂੰ ਯਾਦ ਰੱਖਣਾ 38 ਡਿਗਰੀ ਪੈਰਲਲ ਲਾਈਨ ਕਹਿੰਦੇ ਨੇਗੇ, ਠੀਕ ਹੈ ਨਾ। ਤਾਂ ਇਹ ਬਾਰੇ ਧਿਆਨ ਵਿੱਚ ਰੱਖਣਾ, ਕਈ ਵਾਰ ਕੁਐਸਚਨ ਆ ਜਾਂਦਾ ਹੁੰਦਾ। ਤਾਂ 38 ਡਿਗਰੀ ਪੈਰਲਲ ਲਾਈਨ ਇਹਨਾਂ ਨੂੰ ਕੀ ਅਲੱਗ ਕਰਦੀ ਹੈਗੀ।
ਤਾਂ ਸੁਣਨੇ ਧਿਆਨ ਵਿੱਚ ਰੱਖਣਾ। ਗੱਲ ਕਰਦੇ ਹੁਣ ਨੈਕਸਟ ਕੁਐਸਚਨ ਬਾਰੇ ਜੀ ਆਪਾਂ। ਹੂ ਬਿਕਮ ਦੀ 67th ਚੈਸ ਗ੍ਰੈਂਡ ਮਾਸਟਰ ਆਫ ਇੰਡੀਆ। ਕਹਿੰਦੇ ਜੀ ਕੌਣ ਭਾਰਤ ਦਾ 67ਵਾਂ ਸ਼ਤਰੰਜ ਗ੍ਰੈਂਡ ਮਾਸਟਰ ਬਣ ਚੁੱਕਿਆ। ਤਾਂ ਇਹਨਾਂ ਨਾਮ ਯਾਦ ਰੱਖਣਾ, ਲਿਓਨ ਮੈਂਡੂਕਾ ਇਹਨਾਂ ਦਾ ਨਾਮ ਹੈ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਹੈਗਾ ਗਾ, ਠੀਕ ਹੈ ਜੀ। ਸੋ ਬਾਕੀ ਇਹ ਹੈਗੇ ਕਿੱਥੋਂ ਨੇ, ਇਹ ਗੋਆ ਤੋਂ ਹੈਗੇ ਨੇਗੇ, ਠੀਕ ਹੈ ਜੀ। ਸੋ ਇਹਨਾਂ ਬਾਰੇ ਨਾਮ ਇੰਪੋਰਟੈਂਟ ਹੈਗਾ ਇਹਨਾਂ ਦਾ, ਤਾਂ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ। ਦੇਖੋ ਇਹ ਤਾਂ ਬਣੇ ਨੇ 67ਵੇਂ ਨੰਬਰ ਦੇ ਚੈਸ ਗ੍ਰੈਂਡ ਮਾਸਟਰ ਆਫ ਇੰਡੀਆ। ਅਗਰ ਮੈਂ ਗੱਲ ਕਰਾਂ ਪਹਿਲੇ ਕੌਣ ਸੀਗੇ, ਯਾਨੀ ਕਿ ਫਸਟ ਚੈਸ ਗ੍ਰੈਂਡ ਮਾਸਟਰ ਆਫ ਇੰਡੀਆ ਕੌਣ ਸੀ, ਤਾਂ ਇਹਨਾਂ ਨਾਮ ਯਾਦ ਰੱਖਣਾ ਵਿਸ਼ਵਨਾਥ ਆਨੰਦ ਹੈਗਾ ਸੀ ਇਹਨਾਂ ਨਾਮ। ਸੁਣਿਆ ਇਹਨਾਂ ਨਾਮ ਸੁਣਿਆ ਹੋਣਾ, ਕਿਉਂਕਿ ਅਗਰ ਆਪਾਂ ਗੱਲ ਕਰੀਏ ਆਪਣਾ ਜਿਹੜਾ ਰਾਜੀਵ ਗਾਂਧੀ ਪੁਰਸਕਾਰ ਦਿੱਤਾ ਹੈ ਨਾ, ਸਭ ਤੋਂ ਪਹਿਲਾ ਜਿਹੜਾ ਪੁਰਸਕਾਰ ਸੀ ਰਾਜੀਵ ਗਾਂਧੀ ਖੇਲ ਪੁਰਸਕਾਰ, ਸੋ ਇਹਨਾਂ ਨੂੰ ਹੀ ਮਿਲਿਆ ਸੀਗਾ ਵਿਸ਼ਵਨਾਥ ਆਨੰਦ ਸਾਹਿਬ ਨੂੰ। ਕਦੋਂ ਮਿਲਿਆ ਸੀ? 1991 ਦੇ ਵਿੱਚ ਮਿਲਿਆ ਸੀਗਾ, ਠੀਕ ਹੈ ਨਾ। ਸੋ ਇਹਨਾਂ ਨਾਮ ਤਾਂ ਵੀ ਇੰਪੋਰਟੈਂਟ ਹੈਗਾ ਗਾ। ਸੋ ਬਾਕੀ ਇਹਨਾਂ ਨਾਮ ਯਾਦ ਰੱਖਣਾ ਜੀ। ਆਪਣੇ ਭਾਰਤ ਦੇ 67ਵੇਂ ਚੈਸ ਗ੍ਰੈਂਡ ਮਾਸਟਰ ਆਫ ਇੰਡੀਆ ਬਣੇ ਨੇ ਹੁਣ ਲਿਓਨ ਮੈਂਡੂਕਾ, ਗੋਆ ਤੋਂ ਇਹ ਹੈਗੇ ਨੇਗੇ। ਅੱਛਾ ਇਹ ਤਾਂ ਮੈਂ ਇੰਡੀਆ ਲੈਵਲ ਦੀ ਗੱਲ ਕਰ ਰਿਹਾ। ਅਗਰ ਮੈਂ ਗੱਲ ਕਰਾਂ ਐਟ ਪ੍ਰੈਜ਼ੈਂਟ ਵਰਲਡ ਲੈਵਲ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਵਰਲਡ ਲੈਵਲ ਦੇ ਚੈਂਪੀਅਨ ਨੇ ਕੌਣ ਨੇਗੇ ਚੈਸ ਦੇ, ਤਾਂ ਯਾਦ ਰੱਖਣਾ ਮੈਗਨਸ ਕਾਰਲਸਨ, ਠੀਕ ਹੈ ਨਾ। ਮੈਗਨਸ ਕਾਰਲਸਨ ਇਹਨਾਂ ਦਾ ਨਾਂ ਗਾ, ਔਰ ਕਿੱਥੋਂ ਨੇ ਇਹ? ਨਾਰਵੇ ਕੰਟਰੀ ਤੋਂ ਹੀ ਬਿਲੋਂਗ ਕਰਦੇ ਨੇ, ਠੀਕ ਹੈ ਨਾ। ਸੋ ਇਹ ਵਰਲਡ ਚੈਂਪੀਅਨ ਨੇ ਚੈਸ ਦੇ, ਯਾਦ ਰੱਖਣਾ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। DRDO and Indian Navy successfully tested fired India's first airdrop container under what name? ਦੇਖੋ ਜੀ ਕਹਿੰਦੇ DRDO ਅਤੇ ਇੰਡੀਅਨ ਨੇਵੀ ਨੇ ਭਾਰਤ ਦੇ ਪਹਿਲੇ 에ਅਰ ਡ੍ਰੌਪ ਕੰਟੇਨਰ ਨੂੰ ਕਿਸ ਨਾਮ ਦੇ ਨਾਲ ਸਫਲਤਾਪੂਰਵਕ ਟੈਸਟ ਕੀਤਾ ਗਾ। ਤਾਂ ਇਹਨੂੰ ਸਫਲਤਾਪੂਰਵਕ ਟੈਸਟ ਵੀ ਕਰ ਲਿਆ 에ਅਰ ਡ੍ਰੌਪ ਨੂੰ, ਔਰ ਇਸ 에ਅਰ ਡ੍ਰੌਪ ਦਾ ਨਾਮ ਆਪਾਂ ਨੇ ਦੱਸਣਾ ਗਾ। ਤਾਂ ਇਹਦਾ ਨਾਂ ਜੀ ਸਹਾਇਕ NG, ਠੀਕ ਹੈ ਨਾ। ਦੇਖੋ ਕਈਆਂ ਨੂੰ ਕੁਐਸਚਨ ਨਹੀਂ ਸਮਝ ਆਇਆ ਵੀ 에ਅਰ ਡ੍ਰੌਪ ਕੀ ਚੀਜ਼ ਹੈਗੀ। ਅਗਰ ਆਪਾਂ ਗੱਲ ਕਰੀਏ ਵੀ 에ਅਰ ਡ੍ਰੌਪ ਕੀ ਹੁੰਦਾ ਗਾ, ਦੇਖੋ ਅਗਰ ਆਪਣੀ ਇੰਡੀਅਨ ਨੇਵੀ ਦਾ ਮੰਨ ਕੇ ਚਲੋ ਵੀ ਕਿਸੇ ਵੀ ਕੰਟਰੀ ਨਾਲ ਕੀ ਆਪਣੀ ਇੰਡੀਅਨ ਨੇਵੀ ਦੀ ਕੀ ਫਾਈਟ ਚੱਲ ਰਹੀ ਆ, ਦੇਖੋ ਜਿਹੜਾ ਆਪਣਾ ਇੰਡੀਅਨ ਨੇਵੀ ਦਾ ਜਿਹੜਾ ਕੋਈ ਵੀ ਸ਼ਿਪ ਹੋਏਗਾ, ਅਗਰ ਉੱਥੇ ਸੈਨਿਕਾਂ ਨੂੰ ਕਿਸੇ ਵੀ ਤਰੀਕੇ ਦੀ ਅਗਰ ਆਪਾਂ ਗੱਲ ਕਰੀਏ ਹਥਿਆਰਾਂ ਦੀ ਜ਼ਰੂਰਤ ਪੈਂਦੀ ਆ, ਜਾਂ ਕਿਸੇ ਵੀ ਤਰੀਕੇ ਦਾ ਮੰਨ ਕੇ ਚਲੋ ਖਾਣੇ ਦੀ ਜ਼ਰੂਰਤ ਪੈਂਦੀ ਆ, ਤਾਂ ਐਂ ਤਾਂ ਹੈ ਨਹੀਂ ਵੀ ਸ਼ਿਪ ਵਾਪਸ ਜਾਵੇਗਾ, ਠੀਕ ਹੈ, ਖਾਣਾ ਪਾਣੀ ਜਾਂ ਹਥਿਆਰ ਨੂੰ ਲੈ ਕੇ ਆਵੇਗਾ, ਠੀਕ ਹੈ ਨਾ। ਤਾਂ ਇਹ ਕੀ ਹੁੰਦਾ ਨਾ, ਅਗਰ ਆਪਾਂ ਗੱਲ ਕਰੀਏ ਤਾਂ ਜਹਾਜ਼ ਰਾਹੀਂ ਕੀ ਇੱਕ ਡ੍ਰੌਪ ਸਿੱਟਿਆ ਜਾਂਦਾ ਗਾ, ਠੀਕ ਹੈ ਨਾ। ਤਾਂ ਇਹ ਡ੍ਰੌਪ ਨੂੰ ਕਿਹਾ ਜਾਂਦਾ 에ਅਰ ਡ੍ਰੌਪ, ਜਿਹਦੇ ਵਿੱਚ ਕੀ ਅਗਰ ਆਪਾਂ ਗੱਲ ਕਰੀਏ ਤਾਂ ਖਾਣਾ ਵੀ ਰੱਖ ਸਕਦੇ ਆਂਗੇ, ਔਰ ਜਿਹਦੇ ਵਿੱਚ ਕੀ ਹਥਿਆਰ ਵੀ ਹੋ ਸਕਦੇ ਨੇ, ਠੀਕ ਹੈ ਨਾ। ਔਰ ਜਿਹਨੂੰ ਕਿ ਜਹਾਜ਼ ਰਾਹੀਂ ਉਸ ਸ਼ਿਪ ਦੇ ਨਜ਼ਦੀਕ ਹੀ ਸਿੱਟਿਆ ਜਾਂਦਾ ਗਾ, ਔਰ ਜਿਹਦੇ ਵਿੱਚ ਕੀ ਜ਼ਰੂਰੀ ਦਾ ਕੀ ਸਮਾਨ ਹੁੰਦਾ ਗਾ, ਤਾਂ ਇਸ ਨੂੰ ਕਹਿੰਦੇ ਨੇ 에ਅਰ ਡ੍ਰੌਪ। ਔਰ ਇਹਦਾ ਜਿਹੜਾ ਹੁਣ ਨਾਮ ਹੈਗਾ, ਇਹਦਾ ਨਾਮ ਹੈ ਜੀ ਸਹਾਇਕ NG, ਔਰ ਇਸ ਨੂੰ ਸਫਲਤਾਪੂਰਵਕ ਆਪਣੀ ਇੰਡੀਅਨ ਨੇਵੀ ਨੇ ਟੈਸਟ ਵੀ ਕਰ ਲਿਆ ਗਾ। ਸੋ ਇਹਨੇ ਤੁਹਾਨੂੰ ਧਿਆਨ ਵਿੱਚ ਰੱਖਣਾ। ਔਰ ਤਿਆਰ ਕਿਸ ਨੇ ਕੀਤਾ? ਇਹ DRDO ਨੇ ਤਿਆਰ ਕਰਕੇ ਦਿੱਤਾ ਗਾ। ਦੇਖੋ ਯਾਦ ਰੱਖਣਾ ਜਿਹੜਾ ਸਹਾਇਕ NG ਹੈ ਨਾ, ਆਪਣਾ ਸੈਕਿੰਡ 에ਅਰ ਡ੍ਰੌਪ ਹੈ। ਇਸ ਤੋਂ ਪਹਿਲਾਂ ਵੀ ਭਾਰਤ ਕੋਲ ਇੱਕ 에ਅਰ ਡ੍ਰੌਪ ਹੈ, ਔਰ ਜਿਹਦਾ ਨਾਮ ਹੈਗਾ ਸਹਾਇਕ MK1, ਠੀਕ ਹੈ ਨਾ। ਤਾਂ ਤੁਸੀਂ ਕਹਿ ਸਕਦੇ ਹੋ ਇੱਕ ਅਪਗ੍ਰੇਡਡ ਵਰਜਨ ਹੈਗਾ ਇਹਦਾ, ਠੀਕ ਹੈ ਨਾ। ਔਰ ਜਿਹਦਾ ਨਾਮ ਹੈਗਾ ਹੁਣ ਸਹਾਇਕ NG, ਜਿਹਦਾ ਕਿ ਆਪਣਾ ਸਫਲਤਾਪੂਰਵਕ ਟੈਸਟ ਵੀ ਕਰ ਲਿਆ ਇੰਡੀਅਨ ਨੇਵੀ ਦੇ ਵੱਲੋਂ, ਠੀਕ ਹੈ ਜੀ। ਸੋ ਬਾਕੀ ਅਗਰ ਆਪਾਂ ਇਹ ਸਹਾਇਕ NG ਦੀ ਗੱਲ ਕਰੀਏ ਤਾਂ ਆਪਣਾ ਭਾਰਤ ਦਾ ਪਹਿਲਾ ਸਵਦੇਸ਼ੀ 에ਅਰ ਡ੍ਰੌਪ ਹੈ ਜੀ ਇਹ। ਔਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਇਹ 50 ਕਿਲੋ ਤੱਕ ਲੋਡ ਹੈਗੀ ਕੀ ਹੈ ਇਹਦੇ ਵਿੱਚ ਕੀ ਸਮਾਨ ਜਾਣੀ ਕਿ ਆਪਾਂ ਰੱਖ ਸਕਦੇ ਆਂਗੇ, ਠੀਕ ਹੈ ਨਾ। ਸੋ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ। ਅੱਛਾ ਕੁਐਸਚਨ ਦੇ ਵਿੱਚ ਗੱਲ ਤਾਂ DRDO ਦੀ ਵੀ ਹੋਈ ਆ, ਤਾਂ DRDO ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ DRDO ਬਾਰੇ ਗੱਲ ਕਰੀਏ ਤਾਂ ਇਹਦੀ ਸਥਾਪਨਾ ਯਾਦ ਰੱਖਣਾ 1 ਜਨਵਰੀ 1958 ਨੂੰ ਹੋਈ ਸੀਗੀ, ਠੀਕ ਹੈ ਨਾ। ਸੋ 1 ਜਨਵਰੀ ਨੂੰ DRDO ਡੇ ਵੀ ਮਨਾਇਆ ਜਾਂਦਾ ਗਾ। ਔਰ 1958 ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਨਾਸਾ ਦੀ ਵੀ ਸਥਾਪਨਾ ਹੋਈ ਸੀ, ਠੀਕ ਹੈ ਨਾ। ਇਹ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਬਾਕੀ DRDO ਦਾ ਪੂਰਾ ਨਾਂ ਸਾਨੂੰ ਪਤਾ ਹੋਣਾ ਚਾਹੀਦਾ। DRDO ਦਾ ਪੂਰਾ ਨਾਂ ਜੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਦਾ ਪੂਰਾ ਨਾਂ ਗਾ। ਔਰ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਦੇ ਵਿੱਚ, ਠੀਕ ਹੈ ਨਾ, ਨਿਊ ਦਿੱਲੀ ਦੇ ਵਿੱਚ ਹੈਗਾ, ਧਿਆਨ ਵਿੱਚ ਰੱਖਣਾ। ਔਰ ਇਹਦੇ ਐਟ ਪ੍ਰੈਜ਼ੈਂਟ ਚੇਅਰਮੈਨ ਦੀ ਗੱਲ ਕਰੀਏ ਤਾਂ G ਸਤੀਸ਼ ਰੈੱਡੀ ਸਾਹਿਬ ਹੈਗੇ ਨੇਗੇ, ਠੀਕ ਹੈ ਨਾ। ਸੁਣਿਓ ਧਿਆਨ ਵਿੱਚ ਰੱਖਣਾ। ਅੱਛਾ DRDO ਰਿਲੇਟਡ ਹੁਣ ਇੱਕ ਨਿਊਜ਼ ਦੱਸਦਾ। ਪਿਛਲੇ ਸਾਲ 2020 ਦੇ ਵਿੱਚ DRDO ਨੇ ਹਿਮੰਤ ਕੁਮਾਰ ਨੂੰ ਸਾਇੰਟਿਸਟ ਆਫ ਦੀ ਈਅਰ ਦੇ ਨਾਲ ਸਨਮਾਨਿਤ ਕੀਤਾ ਸੀਗਾ, ਠੀਕ ਹੈ ਨਾ। ਸੋ ਤੁਹਾਨੂੰ ਇਹਨਾਂ ਨਾਂ ਯਾਦ ਰੱਖਣਾ, ਹਿਮੰਤ ਕੁਮਾਰ ਦਾ ਨਾਮ ਸਾਇੰਟਿਸਟ ਆਫ ਦੀ ਈਅਰ ਚੁਣਿਆ ਸੀ DRDO ਦੇ ਵੱਲੋਂ ਇਹਨਾਂ ਨੂੰ। ਔਰ DRDO ਵੱਲੋਂ ਨਾ ਇੱਕ ਆਪਣਾ ਟਰੋਪੀਡੋ ਵੀ ਕੀ ਇੱਕ ਡਿਵੈਲਪ ਕੀਤਾ ਗਿਆ ਸੀ। ਦੇਖੋ ਟਰੋਪੀਡੋ ਕੀ ਹੁੰਦਾ ਪਹਿਲੀ ਗੱਲ, ਦੇਖੋ ਅਗਰ ਆਪਾਂ ਗੱਲ ਕਰੀਏ, ਦੇਖੋ ਜਿਹੜੀਆਂ ਆਪਣੇ ਪਾਣੀ ਦੇ ਵਿੱਚ ਸਬਮਰੀਨਸ ਹੁੰਦੀਆਂ ਨੇ, ਠੀਕ ਹੈ ਨਾ। ਸਬਮਰੀਨਸ ਉਹਨੇ ਨਾਮ ਸੁਣਿਆ ਹੋਣਾ। ਔਰ ਅਗਰ ਆਪਾਂ ਸਬਮਰੀਨ ਦੀ ਵੀ ਕਿਸੇ ਵੀ ਵਾਰ ਟਾਈਮ ਗੱਲ ਕਰੀਏ ਤਾਂ ਆਪਣੇ ਨਾਲ ਮੰਨ ਕੇ ਚਲੋ ਅਦਰ ਕੰਟਰੀ ਵੀ ਸਬਮਰੀਨ ਹੈਗੀ ਆ, ਔਰ ਉਹਦੇ ਉੱਤੇ ਕੀ ਆਪਣੇ ਸਬਮਰੀਨ ਦੇ ਦੁਆਰਾ ਇੱਕ ਮਿਸਾਈਲ ਦੇ ਦੁਆਰਾ ਅਗਰ ਆਪਾਂ ਹਮਲਾ ਕਰਨਾ ਗਾ, ਤਾਂ ਜਿਹੜੀ ਸਬਮਰੀਨ ਵੱਲੋਂ ਜਿਹੜੀ ਮਿਸਾਈਲ ਛੱਡੀ ਜਾਂਦੀ ਆ ਉਸ ਨੂੰ ਕਹਿੰਦੇ ਆ ਟਰੋਪੀਡੋ। ਤਾਂ DRDO ਨੇ ਇੱਕ ਨਾ ਟਰੋਪੀਡੋ ਤਿਆਰ ਕੀਤਾ ਸੀ, ਔਰ ਜਿਹਦਾ ਨਾਂ ਸੀ ਬਰੂਨਾ ਅਸਤਰ, ਠੀਕ ਹੈ ਨਾ। ਸੋ ਤਾਂ ਕਰਕੇ ਇਹਦਾ ਨਾਮ ਇੰਪੋਰਟੈਂਟ ਹੈ।
और इस तरीके नाल एक जानी कि अगर आप देखो दूजे अपना विरोधी कोई टोरपीडो अपने वाल छड्डदा गा, ठीक है ना, भेजदा गा, ठीक है ना, तो उस वास्ते एक एंटी टोरपीडो सिस्टम भी बनाया सी DRDO ने, तो ਉਹਦਾ ਨਾਂ ਸੀ जी मारीच, ठीक है ना। सो ਇਹਦਾ ਬਾਰੇ भी थोड़े ध्यान ਵਿੱਚ ਜ਼ਰੂਰ ਰੱਖਣਾ। सो ਇੰਨੀਆਂ ਸਾਰੀਆਂ ਨਿਊਜ਼ ਤੁਸੀਂ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖ ਸਕਦੇ ਹੋ ਜੀ। ਸੋ ਹੁਣ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ ਅੱਜ ਦੇ। ਹੂ ਹੈਜ਼ ਬੀਨ ਅਪॉइंटेड ਐਜ਼ ਦੀ ਡਿਪਟੀ ਇਲੈਕਸ਼ਨ ਕਮਿਸ਼ਨਰ, ਕਹਿੰਦੇ ਜੀ ਕਿਸ ਨੂੰ ਡਿਪਟੀ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੁਣ ਆਪਣੇ ਭਾਰਤ ਦਾ, ਤਾਂ ਇਹਨਾਂ ਦਾ ਨਾਮ ਹੈ ਜੀ ਉਮੇਸ਼ ਸਿਨਹਾ ਸਾਹਿਬ, ਠੀਕ ਹੈ ਨਾ। ਉਮੇਸ਼ ਸਿਨਹਾ ਦਾ ਨਾਮ ਯਾਦ ਰੱਖਣਾ। ਆਪਣੇ ਭਾਰਤ ਦੇ ਨਵੇਂ ਡਿਪਟੀ ਇਲੈਕਸ਼ਨ ਕਮਿਸ਼ਨਰ ਇਹ ਕੌਣ ਨੇ ਬਣੇ ਨੇਗੇ। ਬਾਕੀ ਅਗਰ ਆਪਾਂ ਚੀਫ ਇਲੈਕਸ਼ਨ ਕਮਿਸ਼ਨਰ ਦੀ ਗੱਲ ਕਰੀਏ ਤਾਂ ਕੌਣ ਨੇ, ਯਾਦ ਰੱਖਣਾ ਸੁਨੀਲ ਅਰੋੜਾ ਸਾਹਿਬ ਹੈਗੇ ਨੇਗੇ। ਔਰ ਇਸੇ ਤਰੀਕੇ ਨਾਲ ਇਲੈਕਸ਼ਨ ਕਮਿਸ਼ਨਰ ਦੀ ਗੱਲ ਕਰੀਏ ਉਹ ਕੌਣ ਨੇਗੇ, ਤਾਂ ਦੋ ਨੇਗੇ। ਕੌਣ ਕੌਣ, ਰਾਜੀਵ ਕੁਮਾਰ ਹੈਗੇ ਨੇ, ਔਰ ਸੈਕਿੰਡ ਦੀ ਮੈਂ ਗੱਲ ਕਰਾਂ ਤਾਂ ਮੁਨੀਸ਼ ਚੰਦਰਾ, ਠੀਕ ਹੈ ਨਾ। ਸੋ ਦੋਨਾਂ ਨਾਮ ਧਿਆਨ ਵਿੱਚ ਰੱਖਣਾ। ਔਰ ਹੁਣ ਡਿਪਟੀ ਇਲੈਕਸ਼ਨ ਕਮਿਸ਼ਨਰ ਬਣੇ ਨੇ ਕੌਣ, ਉਮੇਸ਼ ਸਿਨਹਾ ਸਾਹਿਬ ਬਣੇ ਨੇ, ਠੀਕ ਹੈ ਨਾ। ਸੋ ਇਹਨਾਂ ਨਾਮ ਵੀ ਧਿਆਨ ਵਿੱਚ ਰੱਖਣਾ। ਅੱਛਾ, ਬਾਕੀ ਇਲੈਕਸ਼ਨ ਕਮਿਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਭਾਰਤ ਜਿਹਦੀ ਸਥਾਪਨਾ ਹੋਈ ਸੀ 25 ਜਨਵਰੀ 1950 ਨੂੰ। ਇਸੇ ਕਰਕੇ 25 ਜਨਵਰੀ ਨੂੰ ਹਰ ਸਾਲ ਨੈਸ਼ਨਲ ਵੋਟਰ ਡੇ ਵੀ ਆਪਾਂ ਮਨਾਉਂਦੇ ਹਾਂ, ਠੀਕ ਹੈ ਜੀ। ਸੋ ਇਹਨਾਂ ਨਾਮ ਵੀ ਇੰਪੋਰਟੈਂਟ, ਇਹ ਵੀ ਤੁਸੀਂ ਨਾਲ ਧਿਆਨ ਵਿੱਚ ਰੱਖਣਾ ਮਤਲਬ। ਬਾਕੀ ਅਦਰ ਆਪਸ਼ਨ ਬਾਰੇ ਗੱਲ ਕਰੀਏ, JK ਮਹੇਸ਼ਵਰੀ ਕੌਣ ਹੈ ਜੀ, ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਸੀ ਇਹ। ਔਰ ਹੀਮਾ ਕੋਹਲੀ ਤੇਲੰਗਾਨਾ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣੀ ਸੀ ਹੀਮਾ ਕੋਹਲੀ। ਔਰ S ਮੁਰਲੀਧਰ ਕੌਣ ਬਣੇ ਜੀ, ਉੜੀਸਾ ਦੇ ਚੀਫ ਜਸਟਿਸ ਬਣੇ ਸੀ, ਠੀਕ ਹੈ ਨਾ। ਸੋ ਇਹਨਾਂ ਨਾਮ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ, ਠੀਕ ਹੈ ਜੀ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਅੱਜ ਦੇ। ਸੋ ਦੋਸਤੋ ਅਗਲੇ ਕੁਐਸਚਨ ਤੋਂ ਪਹਿਲਾਂ ਕਲਾਸ ਨੂੰ ਇੱਕ ਵਾਰੀ ਸ਼ੇਅਰ ਵੀ ਜ਼ਰੂਰ ਕਰ ਦੇਣਾ ਔਰ ਲਾਈਕ ਕਰਨਾ ਵੀ ਜ਼ਰੂਰੀ ਹੈ, ਠੀਕ ਹੈ ਨਾ। ਲਾਈਕ ਜ਼ਰੂਰ ਕਰਨਾ ਔਰ ਸ਼ੇਅਰ ਵੀ ਜ਼ਰੂਰ ਕਰਨਾ। ਔਰ ਇਸ ਤੋਂ ਬਾਅਦ ਆਪਣੇ ਇੱਕ ਦੋ ਕਰੰਟ ਅਫੇਅਰ ਨਿਊਜ਼ ਰਹਿ ਗਈਆਂ ਨੇਗੀਆਂ, ਸੋ ਵੀ ਆਪਾਂ ਕਵਰ ਕਰ ਲੈਂਦੇ ਹੈਗੇ। ਤਾਂ ਆਪਣਾ ਨੈਕਸਟ ਕੁਐਸਚਨ ਹੈ ਜੀ, ਹੂ ਵਾਜ਼ ਅਵਾਰਡਡ ਬ੍ਰਿਟੇਨਜ਼ ਨਾਈਟਹੁੱਡ ਅਵਾਰਡ, ਕਹਿੰਦੇ ਜੀ ਕਿਸ ਨੂੰ ਬ੍ਰਿਟੇਨ ਦਾ ਨਾਈਟਹੁੱਡ ਅਵਾਰਡ ਜਿਹੜਾ ਹੁਣ ਦਿੱਤਾ ਗਿਆ। ਤਾਂ ਯਾਦ ਰੱਖਣਾ ਇੰਪੋਰਟੈਂਟ ਹੈਗਾ, ਇਹ ਮਿਲਿਆ ਜੀ ਹੁਣ ਲੂਇਸ ਹੈਮਿਲਟਨ ਨੂੰ। ਕੌਣ ਨੇ ਲੂਇਸ ਹੈਮਿਲਟਨ, ਆਪਾਂ ਨੂੰ ਪਤਾ ਹੈ ਜੀ ਫਾਰਮੂਲਾ 1 ਰੇਸਿੰਗ ਡਰਾਈਵਰ ਇਹ ਹੈਗੇ ਨੇਗੇ। ਸੋ ਇੰਪੋਰਟੈਂਟ ਇੱਕ ਨਾਮ ਹੈਗਾ ਇਹਨਾਂ ਦਾ ਆਪਣੇ ਆਪ ਦੇ ਵਿੱਚ ਲੂਇਸ ਹੈਮਿਲਟਨ। ਬਾਕੀ ਅਗਰ ਆਪਾਂ ਗੱਲ ਕਰੀਏ ਇਸ ਅਵਾਰਡ ਬਾਰੇ, ਬ੍ਰਿਟੇਨ ਦੀ ਕੁਈਨ ਹੈ ਜਿਹੜੀ, ਠੀਕ ਹੈ, ਉਹਨਾਂ ਦੇ ਦੁਆਰਾ ਇਹ ਅਵਾਰਡ ਲੂਇਸ ਹੈਮਿਲਟਨ ਨੂੰ ਦਿੱਤਾ ਗਿਆ ਗਾ। ਔਰ ਬ੍ਰਿਟੇਨ ਦਾ ਹਾਈਐਸਟ ਅਵਾਰਡ ਹੈਗਾ, ਸਰਵਉੱਚ ਸਨਮਾਨ ਹੈਗਾ ਇਹ ਬ੍ਰਿਟੇਨ ਦਾ। ਸੋ ਜਿਹੜਾ ਕਿ ਹੁਣ ਦਿੱਤਾ ਗਿਆ ਲੂਇਸ ਹੈਮਿਲਟਨ ਨੂੰ। ਔਰ ਇਹਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਇਹ ਅਵਾਰਡ ਮਿਲਦਾ ਨਾ ਉਹਨਾਂ ਦੇ ਲੋਕਾਂ ਦੇ ਨਾਮ ਦੇ ਮੂਹਰੇ ਨਾ ਕੀ ਹੈ ਸਰ ਲੱਗਦਾ ਗਾ, ਤਾਂ ਇਹ ਹੁਣ ਬਣ ਚੁੱਕੇ ਨੇ ਸਰ ਲੂਇਸ ਹੈਮਿਲਟਨ, ਠੀਕ ਹੈ ਨਾ। ਔਰ ਇਹ 6ਵੇਂ ਨੰਬਰ ਦੇ ਫਾਰਮੂਲਾ 1 ਡਰਾਈਵਰ ਹੈਗੇ ਨੇ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ, ਠੀਕ ਹੈ ਨਾ। ਔਰ ਲੂਇਸ ਹੈਮਿਲਟਨ ਬਾਰੇ ਤਾਂ ਵੈਸੇ ਆਪਾਂ ਨੇ ਪੜ੍ਹਿਆ ਵੀ ਹੈਗਾ ਸੀਗਾ। ਔਰ ਇਹ ਪਿਛਲੇ 4 ਸਾਲਾਂ ਤੋਂ ਲਗਾਤਾਰ ਵਰਲਡ ਚੈਂਪੀਅਨ ਬਣਦੇ ਆ ਰਹੇ ਨੇਗੇ, ਠੀਕ ਹੈ ਨਾ। ਔਰ ਪਿਛਲੇ ਸਾਲ ਅਗਰ ਆਪਾਂ ਗੱਲ ਕਰੀਏ ਤਾਂ 2020 ਵਿੱਚ ਟੋਟਲ ਨਾ 17 ਜਿਹੜੀਆਂ ਇੱਕ ਫਾਰਮੂਲਾ 1 ਰੇਸਿਸ ਹੋਈਆਂ ਸੀ, ਆਪਾਂ ਨੇ ਪੜ੍ਹੀਆਂ ਵੀ ਆ ਸਾਰਿਆਂ ਬਾਰੇ। ਔਰ ਇਹਨਾਂ ਦੀ ਇੱਕ ਡਿਫਰੈਂਟ ਵੀਡੀਓ ਵੀ ਮਿਲ ਜਾਏਗੀ ਤੁਹਾਨੂੰ ਆਪਣੇ ਚੈਨਲ 'ਤੇ, ਠੀਕ ਹੈ। ਰੀਸੈਂਟ ਵਿੱਚ ਹੀ ਮੈਂ ਅਪਲੋਡ ਕਰੀ ਸੀਗੀ, ਤਾਂ ਤੁਸੀਂ ਉਹ ਵੀ ਜ਼ਰੂਰ ਦੇਖਣਾ ਕਿਉਂਕਿ ਡੈਫੀਨੇਟਲੀ ਆਪਣੇ ਐਗਜ਼ਾਮ ਦੇ ਵਿੱਚ ਇਹਦੇ ਵਿੱਚ ਕੁਐਸਚਨ ਪੱਕਾ ਹੀ ਬਣਨਾ ਹੈਗਾ ਗਾ। ਔਰ 17 ਰੇਸਿਸ ਦੇ ਵਿੱਚੋਂ ਜਿਹੜੀਆਂ 11 ਰੇਸਿਸ ਸੀਗੀਆਂ ਉਹ ਤਾਂ ਕੇਵਲ ਲੂਇਸ ਹੈਮਿਲਟਨ ਨੇ ਹੀ ਜਿੱਤੀਆਂ ਸੀਗੀਆਂ। ਸੋ ਤਾਂ ਕਰਕੇ ਮੇਰਾ ਨਾਮ ਇੰਪੋਰਟੈਂਟ ਹੈ। ਤਾਂ ਰੇਸਿਸ ਤੁਸੀਂ ਜ਼ਰੂਰ ਦੇਖ ਲੈਣਾ ਇੱਕ ਵਾਰੀ ਫਾਰਮੂਲਾ 1, ਠੀਕ ਹੈ, ਚੈਨਲ 'ਤੇ ਤੁਹਾਨੂੰ ਮਿਲ ਜਾਵੇਗੀ ਉਹ ਵੀਡੀਓ। ਸੋ ਗੱਲ ਕਰਦੇ ਹਾਂ ਹੁਣ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬਿਕਮ ਦੀ ਫਸਟ ਫੀਮੇਲ ਚੇਅਰਪਰਸਨ ਆਫ ਸੇਲ, ਦੇਖੋ ਜੀ ਕਹਿੰਦੇ ਕਿਸ ਨੂੰ ਹੁਣ ਸੇਲ ਦੀ ਪਹਿਲੀ ਮਹਿਲਾ ਚੇਅਰਪਰਸਨ ਬਣਾ ਦਿੱਤਾ ਗਿਆ। ਦੇਖੋ ਸੇਲ ਮਤਲਬ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਇਹਦਾ ਪੂਰਾ ਨਾਂ ਗਾ। ਸੋ ਇਹਦੇ ਹੁਣ ਜਿਹੜੇ ਨਵੇਂ ਚੇਅਰਪਰਸਨ ਬਣੀ ਆ ਫੀਮੇਲ, ਠੀਕ ਹੈ ਨਾ, ਤਾਂ ਉਹ ਬਣੀ ਹੈ ਜੀ ਸੋਮਾ ਮੰਦਲ, ਠੀਕ ਹੈ। ਸੋ ਇਹਨਾਂ ਨਾਮ ਯਾਦ ਰੱਖਣਾ, ਸੋਮਾ ਮੰਦਲ ਇਹਨਾਂ ਨਾਮ ਹੈ ਜੀ। ਸਟੀਲ ਅਥਾਰਟੀ ਆਫ ਇੰਡੀਆ ਦੀ ਪਹਿਲੀ ਮਹਿਲਾ ਚੇਅਰਪਰਸਨ ਇਹ ਬਣ ਚੁੱਕੀ ਹੈਗੀ। ਬਾਕੀ ਅਗਰ ਆਪਾਂ ਸਟੀਲ ਅਥਾਰਟੀ ਆਫ ਇੰਡੀਆ ਜਾਣੀ ਕਿ ਸੇਲ ਦੀ ਗੱਲ ਕਰੀਏ ਤਾਂ ਇਹਦੇ CEO ਦਾ ਨਾਮ ਯਾਦ ਰੱਖਣਾ ਅਨਿਲ ਚੌਧਰੀ ਸਾਹਿਬ ਦੇ CEO ਹੈਗੇ ਨੇਗੇ, ਠੀਕ ਹੈ ਨਾ। ਔਰ ਸੇਲ ਨੂੰ ਹੀ ਆਪਣੇ 2020 ਦੇ ਵਿੱਚ ਰੀਸੈਂਟ ਵਿੱਚ ਹੀ ਯਾਦ ਰੱਖਣਾ ਗੋਲਡਨ ਪੀਕੋਕ ਇਨਵਾਇਰਮੈਂਟਲ ਅਵਾਰਡ ਵੀ ਦਿੱਤਾ ਗਿਆ ਸੀਗਾ, ਠੀਕ ਹੈ। ਸੋ ਤਾਂ ਕਰਕੇ ਇਹਨਾਂ ਨਾਮ ਵੀ ਇੰਪੋਰਟੈਂਟ ਬਣ ਜਾਂਦਾ। ਬਾਕੀ ਅਦਰ ਆਪਸ਼ਨ ਬਾਰੇ ਆਪਣੀ ਅੱਜ ਦੀ ਕਲਾਸ ਵਿੱਚ ਹੀ ਗੱਲ ਕਰੀਏ ਜੀ। ਸੁਨੀਤ ਸ਼ਰਮਾ ਕੌਣ ਨੇਗੇ, ਰੇਲਵੇ ਬੋਰਡ ਦੇ ਨਵੇਂ CEO ਅਤੇ ਚੇਅਰਮੈਨ ਬਣੇ ਨੇਗੇ। ਔਰ ਸੁਬੋਧ ਕੁਮਾਰ ਜੈਸਵਾਲ ਆਪਣੇ ਪੜ੍ਹਿਆ ਗਾ CISF ਦੇ ਜਿਹੜੇ ਨਵੇਂ ਡਾਇਰੈਕਟਰ ਜਨਰਲ ਇਹ ਬਣੇ ਨੇ, ਠੀਕ ਹੈ, ਅੱਜ ਹੀ ਪੜ੍ਹਿਆ। ਔਰ ਅਨੂਪ ਕੁਮਾਰ ਗੋਸਵਾਮੀ ਇਹਨਾਂ ਬਾਰੇ ਆਪਾਂ ਨੇ ਕਰਿਆ ਸੀ ਆਂਧਰਾ ਪ੍ਰਦੇਸ਼ ਦੇ ਚੀਫ ਜਸਟਿਸ ਬਣੇ ਸੀਗੇ ਇਹ, ਠੀਕ ਹੈ ਨਾ। ਸੋ ਇਹਨਾਂ ਬਾਰੇ ਵੀ ਧਿਆਨ ਵਿੱਚ ਜ਼ਰੂਰ ਰੱਖਣਾ। ਸੋ ਦੋਸਤੋ ਆਪਣੀਆਂ ਸਾਰੀਆਂ ਅੱਜ ਦੀਆਂ ਜਿਹੜੀਆਂ ਕਰੰਟ ਅਫੇਅਰ ਸੀਗੀਆਂ, ਠੀਕ ਹੈ, ਜਾਣੀ ਕਿ ਇਸ ਤੋਂ ਪਹਿਲਾਂ ਵਾਲੀਆਂ ਵੀ ਜਿਹੜੀਆਂ ਆਪਣੀਆਂ ਰਹਿੰਦੀਆਂ ਸੀ ਸਾਰੀਆਂ ਆਪਾਂ ਨੇ ਇਸ ਕਲਾਸ ਵਿੱਚ ਕਵਰ ਕੀਤੀਆਂ ਨੇ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ ਜੀ। ਸੋ ਅਗਰ ਕਲਾਸ ਵਧੀਆ ਲੱਗੀ ਹੈ ਤਾਂ ਹੁਣੇ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ, ਠੀਕ ਹੈ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।